ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ। ਹਰਿ ਗੋਬਿੰਦ ਸ਼ੁਭ ਮਤ ਪਰ। ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰਉ ਤਰਾ ਪਰੇ ਪੁਨ ਪੁਨ ਸੀਸਾ। ਵਾਹਿਗੁਰੂ ਪੁਨ ਪੁਨ ਬੰਦੋਂ ਬਾਰ ਬਾਰ ਜਗਦੀਸ਼। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਕਹਾਂ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋਤੇ ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੀਨੋ ਮਹਿ ਮੁਖ ਏਕ ਤ੍ਰਿਏ। ਨਾਮ ਕੁਵਰ ਪੰਜਾਬ। ਚਹ ਸਹਾਇਤਾ ਸਿੱਖ ਕੀ ਨਿਕਟ ਬੁਲਾਏ ਸ਼ਿਤਾਬ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਸੰਧਿਆ ਦੇ ਦੀਵਾਨ ਸਜੇ ਹਨ। ਆਪ ਜੀ ਨੇ ਗੁਰੂ ਕੀ ਬਾਣੀ ਦੇ ਪਾਠ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਆਪਣੀਆਂ ਮਨ ਬਿਰਤੀਆਂ ਨੂੰ ਪੰਥ ਦੇ ਵਾਲੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਨਾਲ ਜੋੜੀਏ। ਜਦੋਂ ਮਹਾਰਾਜ ਜੀ ਪੌਂਟਾ ਸਾਹਿਬ 'ਚ ਬਿਰਾਜਮਾਨ ਸਨ, ਉਹਨਾਂ ਦਿਨਾਂ ਵਿੱਚ ਬਾਬਾ ਰਾਮ ਰਾਏ ਜੀ ਪੌਂਟੇ ਸਾਹਿਬ ਤੋਂ ਕੋਈ 50-60 ਕਿਲੋਮੀਟਰ ਦੀ ਦੂਰੀ ਤੇ ਜੋ ਨਗਰ ਦੇਹਰਾਦੂਨ ਹੈ ਉੱਥੇ ਬਿਰਾਜਮਾਨ ਸਨ। ਪਹਿਲਾਂ ਗੁਰੂ ਘਰ ਦੇ ਵਿੱਚ ਜਿਹੜੇ ਕੋਈ ਮਤਭੇਦ ਰਹੇ ਉਹ 10ਵੇਂ ਪਾਤਸ਼ਾਹ ਨੇ ਦੂਰ ਕਰਨੇ ਸਨ। ਇਸ ਕਰਕੇ ਬਾਬਾ ਰਾਮ ਰਾਏ ਜੀ ਨੂੰ ਸਤਿਗੁਰੂ ਜੀ ਨੇ ਆਪਣੇ ਨਾਲ ਮੇਲ ਲਿਆ। ਮੁਲਾਕਾਤ ਜਮਨਾ ਦੇ ਵਿੱਚ ਹੋਈ। ਬਾਬਾ ਰਾਮ ਰਾਏ ਜੀ ਬੜੀ ਨਿਮਰਤਾ ਤੇ ਸ਼ਰਧਾ ਨਾਲ ਕਲਗੀਧਰ ਪਾਤਸ਼ਾਹ ਨੂੰ ਮਿਲੇ ਔਰ ਬਹੁਤ ਸਾਰੇ ਬਚਨ ਕਹਿਣ ਲੱਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਸਤਿਗੁਰੂ ਜੀ, ਮੇਰੀ ਉਮਰ ਥੋੜੀ ਰਹਿ ਗਈ ਹੈ, ਮੈਨੂੰ ਲੱਗਦਾ ਹੈ ਮੇਰਾ ਸਮਾਂ ਨੇੜੇ ਆ ਗਿਆ। ਮੇਰੇ ਤੋਂ ਬਾਅਦ ਮੇਰੇ ਮਸੰਦਾਂ ਨੇ ਮੇਰਾ ਡੇਰਾ ਉਜਾੜ ਦੇਣਾ ਹੈ, ਤੁਸੀਂ ਮੇਰੇ ਡੇਰੇ ਦਾ ਖਿਆਲ ਰੱਖਿਆ ਜੀ। ਇਹ ਬਚਨ 10ਵੇਂ ਪਾਤਸ਼ਾਹ ਨੂੰ ਕਹਿ ਕੇ ਬਾਬਾ ਰਾਮ ਰਾਏ ਜੀ ਵਾਪਸ ਚਲੇ ਗਏ। ਕੁਝ ਸਮੇਂ ਬਾਅਦ ਉਹਨਾਂ ਨੇ ਸਰੀਰ ਛੱਡਿਆ। ਉਹ ਕਥਾ ਆਰੰਭ ਹੋ ਰਹੀ ਹੈ। ਮਨ ਬਿਰਤੀਆਂ ਸ੍ਰੀ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜੋੜ ਕੇ ਬਾਬਾ ਰਾਮ ਰਾਏ ਜੀ ਦੇ ਅਕਾਲ ਚਲਾਣੇ ਦੀ ਕਥਾ ਸਰਵਣ ਕਰੋ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਤੀਨੋ ਮਹਿ ਮੁਖ ਏਕ ਤ੍ਰਿਏ। ਸੋ ਬਾਬੇ ਰਾਮ ਰਾਜ ਜੀ ਦੇ 4 ਵਿਆਹ ਹੋਏ ਸਨ, ਜਿਨ੍ਹਾਂ ਵਿੱਚੋਂ ਮਾਤਾ ਰਾਜ ਕੌਰ ਵੱਡੀ ਮਾਤਾ ਜਿਹੜੀ ਸੀ ਉਹ ਬਾਬੇ ਰਾਮ ਰਾਏ ਨਾਲ ਨਾਰਾਜ਼ ਹੋ ਕੇ ਚਲੀ ਗਈ ਸੀ ਤੇ ਉਹਨੇ ਮਨੀ ਮਾਜਰਾ ਚੰਡੀਗੜ੍ਹ ਦੇ ਕੋਲ ਹੈ ਉੱਥੇ ਡੇਰਾ ਲਾਇਆ ਸੀ। ਉੱਥੇ ਮਾਤਾ ਰਾਜ ਕੌਰ ਦਾ ਗੁਰਦੁਆਰਾ ਹੁਣ ਵੀ ਸੰਗਤਾਂ ਦਰਸ਼ਨ ਕਰਦੀਆਂ ਨੇ। ਉਹ ਚੰਡੀਗੜ੍ਹ ਦੇ ਲਾਗੇ ਰਹਿੰਦੀ ਸੀ, ਉੱਥੇ ਹੀ ਉਹਨੇ ਆਪਣਾ ਸਰੀਰ ਛੱਡਿਆ। 3 ਮਾਤਾ ਰਹਿ ਗਈਆਂ ਪਿੱਛੇ। ਇੱਕ ਦਾ ਨਾਮ ਪੰਜਾਬ ਕੌਰ ਜਿਹੜੀ ਜ਼ਿਆਦਾ ਮਸ਼ਹੂਰ ਹੋਈ ਹੈ, ਇੱਕ ਮਲੂਕੀ ਬਾਈ ਜਾਂ ਇਸ ਤਰ੍ਹਾਂ ਕੋਈ ਨਾਮ ਆਉਂਦੇ ਨੇ ਇਤਿਹਾਸ ਵਿੱਚ। ਸੋ ਮਾਤਾ ਪੰਜਾਬ ਕੌਰ ਜਿਹੜੇ ਸਨ ਉਹ ਮੁਖੀ ਸਨ ਉਸ ਵੇਲੇ ਜਦੋਂ ਬਾਬਾ ਰਾਮ ਰਾਏ ਜੀ ਦਾ ਅਕਾਲ ਚਲਾਣਾ ਹੋਇਆ। ਹਾਂਜੀ,
ਨਾਮ ਕੁਵਰ ਪੰਜਾਬ। ਇੱਕ ਮਾਤਾ ਪੰਜਾਬ ਕੌਰ ਜਿਹੜੀ ਸੀ ਬਾਬੇ ਰਾਮ ਰਾਏ ਦੀ ਧਰਮ ਪਤਨੀ ਤੇ ਦੋ ਪਤਨੀਆਂ ਹੋਰ ਇਹ ਦੇਹਰਾਦੂਨ ਵਿੱਚ ਉਸ ਵੇਲੇ ਮੌਜੂਦ ਸਨ। ਚਹਿ ਸਹਾਇਤਾ ਸਿੱਖ ਕੀ। ਬਾਬਾ ਰਾਮ ਰਾਏ ਜੀ ਕਿਸੇ ਸਿੱਖ ਦੀ ਸਹਾਇਤਾ ਕਰਨ ਜਾਣਾ ਚਾਹੁੰਦੇ ਸਨ ਆਤਮਿਕ ਤੌਰ ਤੇ, ਕਿਉਂਕਿ ਗੁਰੂਆਂ ਕੋਲ ਮਹਾਂਪੁਰਸ਼ਾਂ ਕੋਲ ਇਹ ਸ਼ਕਤੀ ਹੁੰਦੀ ਹੈ। ਉਹ ਜੇ ਚਾਹਣ ਸਰੀਰ ਨਾਲ ਵੀ ਜਾ ਸਕਦੇ ਹੈ ਤੇ ਜਿੱਥੇ ਸਰੀਰ ਨਾ ਜਾ ਸਕਦਾ ਹੋਵੇ ਉੱਥੇ ਸਰੀਰ ਛੱਡ ਕੇ ਆਤਮਿਕ ਤੌਰ ਤੇ ਵੀ ਜਾ ਸਕਦੇ ਆ। ਬਹੁਤ ਸਾਰੀਆਂ ਐਸੀਆਂ ਉਦਾਹਰਣਾਂ ਪੁਰਾਣੇ ਇਤਿਹਾਸ ਵਿੱਚੋਂ ਵੀ ਮਿਲਦੀਆਂ ਹਨ ਕਿ ਇੱਕ ਸਰੀਰ ਨੂੰ ਛੱਡ ਕੇ ਦੂਜੇ 'ਚ ਪ੍ਰਵੇਸ਼ ਕਰ ਜਾਣਾ, ਸਰੀਰ ਛੱਡ ਕੇ ਚਲੇ ਜਾਣਾ, ਸਰੀਰ ਵਿੱਚੋਂ 2 ਮਹੀਨੇ 15 ਦਿਨ 2 ਮਹੀਨੇ 4 ਮਹੀਨੇ ਬਾਹਰ ਰਹਿ ਕੇ ਫਿਰ ਸਰੀਰ 'ਚ ਆ ਜਾਣਾ। ਇੱਦਾਂ ਦੀਆਂ ਬਹੁਤ ਸਾਰੀਆਂ ਯੋਗੀ ਪੁਰਸ਼ਾਂ ਕੋਲ ਜਿਨ੍ਹਾਂ ਨੇ ਯੋਗ ਸਾਧਨਾ ਸਾਧੀ ਹੁੰਦੀ ਹੈ, ਜਿਨ੍ਹਾਂ ਨੇ ਆਪਣਾ ਪਵਨ ਬੰਧ ਬੰਨਿਆ ਹੁੰਦਾ ਹੈ। ਸਾਰਾ ਮੇਨ ਤਾਂ ਹਵਾ ਦਾ ਹੀ ਹੈ ਸਾਰਾ, ਕਿਉਂਕਿ ਸਵਾਸਾਂ ਉੱਤੇ ਹੀ ਜੀਵ ਦੀ ਸਵਾਰੀ ਹੈ। ਮਹਾਰਾਜ ਨੇ ਲਿਖਿਆ ਮਨ ਕਾ ਜੀਉ ਪਵਨ ਕਥੀਏ। ਕਹਿੰਦੇ ਮਨ ਦੀ ਜਿਹੜੀ ਆਤਮਾ, ਮਨ ਦੀ ਜਿਹੜੀ ਜਾਨ ਹੈ, ਮਨ ਦੀ ਜਿਹੜੀ ਤਾਕਤ ਹੈ, ਮਨ ਦੀ ਜਿਹਦੇ ਉੱਤੇ ਮਨ ਸਵਾਰੀ ਕਰਦਾ, ਮਨ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ ਤਾਂ ਹਵਾ ਦੇ ਸਹਾਰੇ ਜਾਂਦਾ। ਸੂਖਮ ਹਵਾ ਸਭ ਤੋਂ ਤੇਜ਼ ਰਫ਼ਤਾਰ ਤੇ ਹੈ। ਤੋ ਜਦੋਂ ਜੀਵ ਆਤਮਾ ਸਰੀਰ ਚੋਂ ਨਿਕਲੇਗੀ ਉਹ ਵੀ ਸਵਾਸ ਹੀ ਨਿਕਲਣਗੇ। ਸਵਾਸ ਆਪਾਂ ਕਹਿੰਦੇ ਨਾ ਵੀ ਸਵਾਸ ਪੂਰੇ ਹੋ ਗਏ, ਸਵਾਸ ਨਿਕਲ ਗਏ। ਸਵਾਸਾਂ ਉੱਤੇ ਜੀਵ ਆਤਮਾ ਦਾ ਮਨ ਦਾ ਸਾਰਾ ਜਦੋਂ ਤੁਸੀਂ ਸਵਾਸਾਂ ਨੂੰ ਰੋਕ ਲਓ, ਕੁਝ ਮਿੰਟਾਂ ਲਈ ਆਪਣਾ ਸਵਾਸ ਰੋਕੋ ਤੇ ਫਿਰ ਤੁਸੀਂ ਖਿਆਲ ਕਰਕੇ ਵਿਖਾਓ ਬਾਹਰ ਦੀਆਂ ਚੀਜ਼ਾਂ ਦਾ, ਯਾਨੀ ਸਵਾਸ ਤੁਹਾਡੇ ਰੁਕੇ ਨੇ ਤੇ ਤੁਸੀਂ ਕਿਸੇ ਇਸਤਰੀ ਦਾ ਖਿਆਲ ਕਰੋ, ਕਿਸੇ ਪੈਸੇ ਦਾ ਖਿਆਲ ਕਰੋ, ਕਿਸੇ ਅਹੁਦੇ ਦਾ ਖਿਆਲ ਕਰੋ, ਕਿਸੇ ਬਿਜ਼ਨਸ ਦਾ ਖਿਆਲ ਹੀ ਨਹੀਂ ਆਏਗਾ, ਕਿਉਂਕਿ ਸਾਰਾ ਖਿਆਲ ਉਸ ਵੇਲੇ ਖਿਆਲ ਹੀ ਮਨ ਹੁੰਦਾ ਹੈ ਨਾ। ਖਿਆਲ ਕੀ ਹੈ? ਮਨ ਦੇ ਮਨ ਕੀ ਹੈ? ਖਿਆਲ, ਫੁਰਨੇ, ਸੰਕਲਪ, ਵਿਕਲਪ, ਉਹ ਪ੍ਰਾਣਾਂ ਦੇ ਰੁਕਣ ਨਾਲ ਰੁਕ ਜਾਂਦੇ ਆ। ਇਸ ਕਰਕੇ ਜੋਗੀ ਜਨ ਪ੍ਰਾਣ ਬੰਦ ਕਰਦੇ ਆ ਤੇ ਉਹਦੇ ਨਾਲ ਉਹਨਾਂ ਵਿੱਚ ਬੇਅੰਤ ਰਿੱਧੀਆਂ ਸਿੱਧੀਆਂ ਸ਼ਕਤੀਆਂ ਹੁੰਦੀਆਂ ਨੇ, ਜਿਨ੍ਹਾਂ ਵਿੱਚੋਂ ਇੱਕ ਸ਼ਕਤੀ ਇਹ ਹੈ ਕਿ ਇੱਕ ਸਰੀਰ ਵਿੱਚੋਂ ਨਿਕਲ ਕੇ ਦੂਜੇ ਸਰੀਰ 'ਚ ਵੀ ਪ੍ਰਵੇਸ਼ ਕਰ ਸਕਦੇ ਨੇ ਔਰ ਬਿਨਾਂ ਦੂਜੇ ਸਰੀਰ ਦੇ ਪ੍ਰਵੇਸ਼ ਕੀਤਿਆਂ ਵੀ ਕਿਸੇ ਦੀ ਮਦਦ ਕਰ ਸਕਦੇ ਨੇ। ਜੋਗੀ ਪੁਰਸ਼ ਐਸਾ ਕਰ ਲੈਂਦੇ ਨੇ। ਇਹ ਇੱਕ ਵਿਗਿਆਨ ਹੈ, ਇੱਕ ਸਾਇੰਸ ਹੈ ਜਿਹੜੀ ਸਾਧੂਆਂ ਮਹਾਤਮਾ ਬ੍ਰਹਮ ਗਿਆਨੀਆਂ ਕੋਲ ਹੁੰਦੀ ਹੈ। ਸੋ ਬਾਬਾ ਰਾਮ ਰਾਏ ਜੀ ਹੁਣ ਆਪਣੇ ਕਿਸੇ ਸੇਵਕ ਦੀ ਸਹਾਇਤਾ ਕਰਨ ਜਾਣਾ ਚਾਹੁੰਦੇ ਹਨ। ਨਿਕਟ ਬੁਲਾਏ ਸ਼ਿਤਾ। ਆਪਣੀ ਪਤਨੀ ਪੰਜਾਬ ਕੌਰ ਨੂੰ ਕੋਲ ਬੁਲਾਇਆ ਛੇਤੀ ਦੇ ਨਾਲ, ਕਹਿਣ ਲੱਗੇ ਚੌਪਈ ਪਾਸ ਬਿਠਾਏ ਅਧਿਕ ਸਤਕਾਰੀ। ਕੋਲ ਬਿਠਾ ਲਿਆ ਮਾਤਾ ਪੰਜਾਬ ਕੌਰ ਨੂੰ ਤੇ ਬਾਬਾ ਰਾਮ ਰਾਏ ਜੀ ਨੇ ਆਪਣੀ ਧਰਮ ਪਤਨੀ ਨੂੰ ਬੜੇ ਸਤਿਕਾਰ ਨਾਲ ਆਖਿਆ। ਰਾਮ ਰਾਏ ਤੇ ਸਾਥ ਉਚਾਰੀ। ਬਾਬਾ ਰਾਮ ਰਾਏ ਜੀ ਆਪਣੀ ਧਰਮ ਪਤਨੀ ਮਾਤਾ ਪੰਜਾਬ ਕੌਰ ਜੀ ਨੂੰ ਕਹਿਣ ਲੱਗੇ ਅੰਤਰ ਕੋਸ਼ਟ ਕੇ ਤਨ ਮੇਰੋ। ਕਹਿੰਦੇ ਪੰਜਾਬ ਕੌਰ, ਮੈਂ ਆਪਣਾ ਸਰੀਰ ਛੱਡ ਕੇ ਜਾਣਾ ਕੁਝ ਸਮੇਂ ਲਈ, ਮੇਰਾ ਸਰੀਰ ਇਸ ਕੋਠੇ ਦੇ ਅੰਦਰ ਰਹੇਗਾ, ਤੂੰ ਪਹਿਰਾ ਦਵੀਂ। ਕੋਈ ਬੰਦਾ, ਕੋਈ ਸੇਵਕ, ਕੋਈ ਮਸੰਦ ਮੇਰੇ ਸਰੀਰ ਨੂੰ ਹੱਥ ਨਾ ਲਾਵੇ। ਥਿਰਿਓ ਰਹਿ ਕੋ ਇਸੈ ਨਾ ਹੀਰੋ। ਇਹ ਅੰਦਰ ਪਿਆ ਰਹੇਗਾ, ਤੁਸੀਂ ਇਹਨੂੰ ਵੇਖਣਾ ਨਹੀਂ, ਸਰੀਰ ਨੂੰ ਛੇੜਨਾ ਨਹੀਂ ਹੈ। ਮੋਕੋ ਕਾਰਜ ਹੈ ਅਤ ਭਾਰੀ। ਤੇ ਮੈਨੂੰ ਕੋਈ ਬਹੁਤ ਜ਼ਰੂਰੀ ਕੰਮ ਹੈ, ਇੰਨੀ ਦੂਰ ਹੈ ਕਿ ਸਰੀਰ ਲਿਜਾਇਆ ਨਹੀਂ ਜਾ ਸਕਦਾ ਉੱਥੇ, ਤੇ ਮੈਂ ਆਪਣੇ ਆਤਮਿਕ ਤੌਰ ਤੇ ਹੀ ਆਪਣੇ ਸੇਵਕ ਦੀ ਮਦਦ ਕਰਨ ਜਾ ਰਿਹਾ ਹਾਂ। ਬਹੁਰ ਆਏ ਕਰ ਲੈ ਹੋ ਸੰਭਾਰੀ। ਅਸੀਂ ਜਾ ਕੇ ਆਪਣੇ ਸੇਵਕ ਦੀ ਮਦਦ ਕਰਾਂਗੇ ਤੇ ਫਿਰ ਆ ਕੇ ਆਪਣਾ ਸਰੀਰ ਵਾਪਸ ਸਾਂਭ ਲਵਾਂਗੇ। ਕਿਸਹੂ ਨਿਕਟ ਨਾ ਆਵਨ ਦੀਜੈ। ਹੇ ਪੰਜਾਬ ਕੌਰ, ਖਿਆਲ ਰੱਖੀ ਸਾਡੇ ਸਰੀਰ ਦੇ ਲਾਗੇ ਕਿਸੇ ਹੋਰ ਨੂੰ ਨਾ ਆਣ ਦਵੀਂ। ਸਭ ਹਿਨ ਤੇ ਰਖਿਆ ਤਨ ਕੀਜੈ। ਸਾਡੇ ਸਰੀਰ ਦੀ ਰਾਖੀ ਤੂੰ ਰੱਖਣੀ ਹੈ, ਤੇਰੀ ਜ਼ਿੰਮੇਵਾਰੀ ਹੈ। ਅਸੀਂ ਇਹ ਸਰੀਰ ਛੱਡ ਕੇ ਜਾ ਰਹੇ ਹਾਂ, ਤੇਰੀ ਜ਼ਿੰਮੇਵਾਰੀ ਤੇ ਜਾ ਰਹੇ ਹਾਂ। ਇਮ ਪੰਜਾਬ ਕੋਇਰ ਸਮਝਾਈ। ਇਸ ਤਰ੍ਹਾਂ ਬਾਬਾ ਰਾਮ ਰਾਏ ਜੀ ਨੇ ਆਪਣੀ ਧਰਮ ਪਤਨੀ ਮਾਤਾ ਪੰਜਾਬ ਕੌਰ ਜੀ ਨੂੰ ਸਮਝਾ ਦਿੱਤਾ। ਕੋਸ਼ਠ ਮਹਿ ਪ੍ਰਭ ਸਿਉ ਸਹਸਾਈ। ਤੇ ਆਪ ਬਾਬਾ ਰਾਮ ਰਾਏ ਜੀ ਕੋਠੜੀ 'ਚ ਪ੍ਰਵੇਸ਼ ਕਰ ਗਏ। ਹੁਣ ਜਦੋਂ ਅਸੀਂ ਗਏ ਸੀ ਉੱਥੇ ਦੇਹਰਾਦੂਨ, ਉਹ ਕੋਠੜੀ ਅਜੇ ਵੀ ਉਹਨਾਂ ਨੇ ਸਾਂਭ ਕੇ ਰੱਖੀ ਹੋਈ ਹੈ।
ਆਪਾਂ ਤਾਂ 50 ਕੁ ਸਾਲ ਬਾਅਦ ਗੁਰਦੁਆਰਾ ਢਾਹ ਕੇ ਨਵਾਂ ਬਣਾ ਦਿੰਦੇ ਆ, ਪਰ ਉਹਨਾਂ ਬਾਬੇ ਰਾਮ ਰਾਏ ਜੀ ਦੇ ਸੇਵਕਾਂ ਦੀ ਇਹ ਖਾਸੀਅਤ ਹੈ ਕਿ ਉਹਨਾਂ ਨੇ ਬਾਬਾ ਜੀ ਦੇ ਸਮੇਂ ਦੀ ਬਿਲਡਿੰਗ ਨੂੰ ਕੋਈ ਵੀ ਨਹੀਂ ਛੇੜਿਆ, ਉਦਾਂ ਹੀ ਖੜੀ। ਬਹੁਤ ਸੁੰਦਰ ਬਿਲਡਿੰਗ ਬਣੀ ਸੀ ਉਸ ਜ਼ਮਾਨੇ ਵਿੱਚ, ਅੱਜ ਤੋਂ 300 ਸਾਲ ਪਹਿਲਾਂ ਦੀ। ਉਹ ਕੋਠੜੀ ਦੇ ਵਿੱਚ ਬਾਬਾ ਜੀ ਕਹਿੰਦੇ ਸਾਡਾ ਸਰੀਰ ਰਵੇਗਾ, ਤੂੰ ਦਰਵਾਜ਼ੇ ਤੇ ਪਹਿਰਾ ਦਵੀਂ, ਇਹਦੇ ਵਿੱਚ ਕੋਈ ਵੜ ਨਾ ਜਾਵੇ, ਕੋਈ ਓਪਰਾ ਬੰਦਾ ਆਪਣਾ ਸੇਵਕ ਕੋਈ ਵੀ ਨਾ ਅੰਦਰ ਆਵੇ। ਕਰੇ ਕਿ ਵਾਰ ਅਸੰਜਤ ਠਾਡੇ, ਬਾਬੇ ਰਾਮ ਰਾਏ ਜੀ ਨੇ ਕੁੰਡੀ ਲਾ ਲਈ, ਦਰਵਾਜ਼ਾ ਬੰਦ ਕਰ ਲਿਆ, ਅੰਤਰ ਸਾਕਰ ਦੇ ਕਰ ਗਾਡੇ, ਅੰਦਰੋਂ ਸੰਗਲੀ ਚੜਾ ਲਈ, ਕੁੰਡੀ ਲਾ ਲਈ ਤੇ ਅੰਦਰ ਜਾ ਕੇ ਬਿਰਾਜ ਗਏ। ਆਸ ਤਰਨ ਪਰ ਤਤ ਛਿਨ ਪਰਿਓ, ਔਰ ਬਾਬਾ ਜੀ ਬਿਸਤਰੇ ਤੇ ਲੰਮੇ ਪੈ ਗਏ ਨਿਜ ਸ਼ਕਤੀ ਬਲ ਕੋ ਬਹੁ ਕਰਿਓ, ਤੇ ਆਪਣੀ ਸ਼ਕਤੀ ਨੂੰ, ਜਿਹੜੀ ਪੁਰਾਣਾ ਨਾਲ ਉਹਨਾਂ ਕੋਲ ਸ਼ਕਤੀ ਸੀ ਜਾਣ ਦੀ, ਉਹ ਸ਼ਕਤੀ ਨੂੰ ਇਕੱਠਿਆਂ ਕੀਤਾ। ਤਨ ਕੋ ਤਿਆਗ ਗਇਓ ਜਹ ਜਾਨਾ, ਔਰ ਸਰੀਰ ਛੱਡ ਕੇ ਉੱਥੇ ਚਲੇ ਗਏ ਜਿੱਥੇ ਸੇਵਕ ਦੀ ਕਿਸੇ ਦੀ ਮਦਦ ਕਰਨ ਜਾਣਾ ਸੀ। ਨਿਜ ਸਿੱਖ ਕੋ ਲਖ ਕਾਜ ਮਹਾਨਾ, ਆਪਣੇ ਸਿੱਖ ਦਾ ਕੰਮ ਅੜਿਆ ਹੋਇਆ, ਜਾਣਾ ਪੈਣਾ, ਜੇ ਨਾ ਗਏ ਤੇ ਸਿੱਖ ਦਾ ਨੁਕਸਾਨ ਹੋ ਜਾਏਗਾ। ਇਹ ਸੋਚ ਕੇ ਬਾਬਾ ਰਾਮ ਰਾਏ ਜੀ ਸਰੀਰ ਛੱਡ ਕੇ ਉਹਦੀ ਮਦਦ ਕਰਨ ਲਈ ਆਤਮਿਕ ਤੌਰ ਤੇ ਚਲੇ ਗਏ। ਜਬ ਇੱਕ ਜਾਮ ਬਤੀਤਨ ਕਰਿਓ, ਜਦੋਂ ਬਾਬਾ ਜੀ ਨੂੰ ਅੰਦਰ ਪਿਆ 3 ਘੰਟੇ ਹੋ ਗਏ, ਇੱਕ ਪਹਿਰ ਬੀਤ ਗਿਆ। ਬੀਚ ਮਸੰਦਨ ਰੌਰਾ ਪਰਿਓ, ਤਾਂ ਜਿਹੜੇ ਬਾਹਰ ਮਸੰਦ ਸੀਗੇ ਨਾ, ਬਾਬਾ ਜੀ ਦੇ ਡੇਰੇ 'ਚ ਹੁਣ ਸੈਂਕੜੇ ਹੀ ਮਸੰਦ ਸੀ, ਬਹੁਤ ਵੱਡਾ ਡੇਰਾ ਸੀਗਾ। ਜਿਹੜੇ ਬਾਬਾ ਜੀ ਦੇ ਸੇਵਕ ਸੀਗੇ, ਮਸੰਦ ਸੀ, ਉਹਨਾਂ 'ਚ ਰੌਲਾ ਪੈ ਗਿਆ। ਨਹਿ ਨਿਕਸੇ ਗੁਰ ਵਹਿਰ ਹਮਾਰੇ, ਮਸੰਦ ਆਪਸ 'ਚ ਗੱਲਾਂ ਕਰਨ ਲੱਗੇ ਵੀ ਗੁਰੂ ਜੀ ਸਵੇਰ ਦੇ ਨਿਕਲੇ ਹੀ ਨਹੀਂ, ਅੱਜ ਬਾਹਰ ਕਿਉਂ ਨਹੀਂ ਆਏ। ਗੁਰੂ ਜੀ ਇਸ਼ਨਾਨ ਪਾਨ ਕਰਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਸੀ, ਦੀਵਾਨ ਲਾਉਂਦੇ ਸੀ, ਕਥਾ ਕਰਦੇ ਸੀ, ਕੀਰਤਨ ਕਰਦੇ ਸੀ। ਅੱਜ ਬਾਬਾ ਜੀ ਨੂੰ ਕੀ ਹੋ ਗਿਆ ਕਿ ਬਾਬਾ ਰਾਮ ਰਾਏ ਜੀ ਅੰਦਰੋਂ ਬਾਹਰ ਨਹੀਂ ਆਏ। ਜਥਾ ਦੇਤ ਨਿਤ ਦਰਸ ਉਦਾਰੇ, ਜਿਵੇਂ ਸਾਨੂੰ ਦਰਸ਼ਨ ਦਿੰਦੇ, ਅੱਜ ਕਿਉਂ ਨਹੀਂ ਦਰਸ਼ਨ ਦਿੱਤੇ, ਅੱਜ ਕਿਉਂ ਨਹੀਂ ਬਾਬੇ ਰਾਮ ਰਾਏ ਜੀ ਨੇ ਦੀਵਾਨ ਲਾਇਆ। ਕਹਾ ਭਇਓ ਕੁਛ ਜਾਏ ਨਾ ਜਾਣਾ, ਕੀ ਹੋ ਗਿਆ ਬਾਬਾ ਜੀ ਨੂੰ? ਬਾਬਾ ਜੀ ਕਿਤੇ ਬਿਮਾਰ ਤਾਂ ਨਹੀਂ, ਕਿਤੇ ਢਿੱਲੇ ਤੇ ਨਹੀਂ, ਕੀ ਗੱਲ ਹੈ ਵੀ ਅੱਜ ਬਾਬਾ ਜੀ ਬਾਹਰ ਨਹੀਂ ਆ ਰਹੇ ਸਵੇਰ ਦੇ? ਮਿਲਹਿ ਪਰਸ ਪਰ ਕਰਹਿ ਬਖਾਨਾ, ਇਹ ਤਾਂ ਮਸੰਦ ਜਿਹੜੇ ਨੇ ਇੱਕ ਦੂਜੀ ਨੂੰ ਕਹਿਣ ਲੱਗ ਪਏ, ਕੰਨਾਂ ਦੇ ਵਿੱਚ ਗੱਲਾਂ ਹੋਣ ਲੱਗ ਪਈਆਂ। ਚਿਤਵਤ ਘਟਕਾ ਚਤੁਰ ਬਿਤਾਈ, ਏਦਾਂ ਕਰਦਿਆਂ ਕਰਦਿਆਂ 4 ਘੜੀਆਂ ਹੋਰ ਬੀਤ ਗਈਆਂ, ਯਾਨੀ 1.5 ਘੰਟਾ ਹੋਰ ਲੰਘ ਗਿਆ। ਇੱਕ ਥਲ ਪੇ ਮਸੰਦ ਸਮੁਦਾਈ, ਜਦੋਂ ਬਾਬੇ ਰਾਮ ਰਾਏ ਨੂੰ ਪਿਆ ਨੂੰ ਅਜੇ 1.5 ਪਹਿਰ ਹੋਇਆ ਸੀ, ਯਾਨੀ 4.5 ਘੰਟੇ ਬੀਤੇ ਸੀ ਕਿ ਮਸੰਦ ਸਾਰੇ ਇੱਕ ਥਾਂ ਤੇ ਇਕੱਠੇ ਹੋ ਗਏ। ਤਿੰਨ ਮਹਿ ਮੁਖ ਸੋ ਨਿਕਟ ਬੁਲਾਏ, ਉਹਨਾਂ ਵਿੱਚੋਂ ਜਿਹੜੇ ਮੁਖੀ ਮਸੰਦ ਸੀਗੇ, ਭਾਈ ਗੁਰਦਾਸ, ਤਾਰਾ ਚੰਦ ਔਰ ਭਾਈ ਤਾਰੂ ਭਾਟੜਾ, ਏਦਾਂ ਦੇ ਜਿਹੜੇ ਮੁਖੀ ਉਹਨਾਂ ਦੇ ਸਿੱਖ ਸੀਗੇ, ਉਹਨਾਂ ਨੇ ਇਕੱਠੇ ਕੀਤੇ। ਪੰਮਾ ਸੀ ਇੱਕ ਉਹਨਾਂ ਦਾ। ਇਹ ਸਾਰੇ ਮੇਨ ਜਿਹੜੇ ਮਸੰਦ ਸੀਗੇ, ਇਹ ਉੱਥੇ ਮਾਤਾ ਪੰਜਾਬ ਕੋਲ ਇਕੱਠੇ ਹੋ ਗਏ। ਕਹਿ ਪੰਜਾਬ ਕੁਬਰ ਸਮਝਾਏ, ਤੇ ਮਾਤਾ ਪੰਜਾਬ ਕੌਰ ਨੇ ਉਹਨਾਂ ਨੂੰ ਸਮਝਾਇਆ ਵੀ ਤੁਸੀਂ ਰੌਲਾ ਨਾ ਪਾਓ, ਫਿਕਰ ਨਾ ਕਰੋ, ਬਾਬਾ ਜੀ ਠੀਕ ਠਾਕ ਨੇ, ਕਿਸੇ ਸੇਵਕ ਦੀ ਮਦਦ ਕਰਨ ਦੇਸ਼ ਪ੍ਰਦੇਸ਼ 'ਚ ਗਏ ਹੋਏ ਨੇ, ਉਹਨਾਂ ਨੇ ਵਾਪਸ ਆਉਣਾ, ਸਰੀਰ ਦੇ ਵਿੱਚ ਹੀ ਆਉਣਾ। ਜਿੰਨਾ ਚਿਰ ਉਹ ਨਹੀਂ ਆਉਂਦੇ ਉਹਨਾਂ ਦੇ ਸਰੀਰ ਨੂੰ ਹੱਥ ਨਹੀਂ ਲਾਣਾ। ਇਮ ਕਰ ਹੁਕਮ ਗਏ ਜਿਤ ਜਾਨੋ, ਮਾਤਾ ਪੰਜਾਬ ਕੌਰ ਨੇ ਦੱਸਿਆ ਮਸੰਦਾਂ ਨੂੰ ਵੀ ਬਾਬਾ ਜੀ ਕਿਤੇ ਸੇਵਕ ਦੀ ਮਦਦ ਕਰਨ ਗਏ ਨੇ, ਮੈਨੂੰ ਇਹ ਹੁਕਮ ਲਾ ਕੇ ਗਏ ਨੇ ਵੀ ਸਾਡੇ ਸਰੀਰ ਦਾ ਖਿਆਲ ਰੱਖਣਾ, ਹੱਥ ਨਹੀਂ ਲਾਣਾ ਕਿਸੇ ਨੇ ਸਾਡੇ ਸਰੀਰ ਨੂੰ। ਨਹਿਨ ਬਿਲੋਕ ਹੋ ਚਿੰਤ ਨਾ ਠਾਨੋ, ਇਸ ਕਰਕੇ ਮਸੰਦਾਂ ਨੂੰ ਮਾਤਾ ਪੰਜਾਬ ਕੌਰ ਜੀ ਕਹਿਣ ਲੱਗੇ ਵੀ ਤੁਸੀਂ ਮਨ ਵਿੱਚ ਚਿੰਤਾ ਨਾ ਕਰੋ, ਬਾਬੇ ਜੀ ਦੀ ਕਿਸੇ ਤਰ੍ਹਾਂ ਦੀ ਚਿੰਤਾ ਨਾ ਕਰੋ, ਬਾਬਾ ਜੀ ਠੀਕ ਨੇ, ਉਹ ਅੱਜ ਵੀ ਆ ਸਕਦੇ ਨੇ, ਕੱਲ ਆ ਸਕਦੇ ਨੇ, ਪਰਸੋਂ ਆ ਸਕਦੇ ਨੇ, 2 ਦਿਨ ਲਾਣ 4 ਦਿਨ ਆ ਜਾਣਗੇ। ਉਹਨਾਂ ਨੇ ਮੈਨੂੰ ਬਚਨ ਕਿਹਾ ਸੀ ਆਵਾਂਗੇ ਜ਼ਰੂਰ, ਪਰ ਸਾਡੇ ਸਰੀਰ ਨੂੰ ਕੋਈ ਬੰਦਾ ਹੱਥ ਨਾ ਲਾਵੇ। ਦੂਸ਼ਣ ਰਹੋ ਲਖ ਹੋਰ ਐਸੇ, ਮਾਤਾ ਪੰਜਾਬ ਕੌਰ ਨੇ ਮਸੰਦਾਂ ਨੂੰ ਕਿਹਾ ਵੀ ਤੁਸੀਂ ਬਿਲਕੁਲ ਸ਼ਾਂਤ ਰਹੋ, ਚੁੱਪ ਰਹੋ, ਬਾਣੀ ਪੜ੍ਹੋ, ਨਾਮ ਜਪੋ, ਸੇਵਾ ਕਰੋ, ਤੇ ਇਹ ਚਿੰਤਾ ਨਾ ਕਰੋ ਵੀ ਬਾਬੇ ਰਾਮ ਰਾਏ ਜੀ ਨੂੰ ਕੁਝ ਹੋ ਗਿਆ ਹੈ। ਕਾਰ ਕਰੋ ਨਿਜ ਪੂਰਬ ਜੈਸੇ, ਆਪਣੀ ਆਪਣੀ ਡਿਊਟੀ ਜਿਹੜੀ ਕਿਸੇ ਦੀ ਹੈ, ਕੰਮ ਹੈ, ਕੋਈ
ਗੁਰੂ ਘਰ ਦੇ ਘੋੜਿਆਂ ਦੀ ਸੇਵਾ ਕਰ ਰਿਹਾ, ਕੋਈ ਲੰਗਰ ਦੀ ਕਰ ਰਿਹਾ, ਕੋਈ ਹੋਰ ਸੇਵਾ ਜਿਹੜੀ ਤੁਹਾਡੀ ਲੱਗੀ ਹੈ ਮਸੰਦਾਂ ਦੀ, ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈ ਚੱਲੋ, ਪਰ ਬਾਬਾ ਜੀ ਦੀ ਤੁਸੀਂ ਕਿਸੇ ਤਰ੍ਹਾਂ ਦੀ ਫਿਕਰ ਨਾ ਕਰੋ। ਸੁਣਿਓ ਸੋ ਮਾਨਿਓ ਸਭ ਜਿਮ ਕਹਿਓ। ਬਾਬਾ ਰਾਮ ਰਾਏ ਜੀ ਦੀ ਪਤਨੀ ਦਾ ਇਹ ਬਚਨ ਸਾਰਿਆਂ ਮਸੰਦਾਂ ਨੇ ਮੰਨ ਲਿਆ। ਜਿਵੇਂ ਬਾਬਾ ਜੀ ਨੇ ਕਿਹਾ ਸੀ ਵੀ ਅਜੇ ਨਹੀਂ ਛੇੜਨਾ, ਤਾਂ ਉਹ ਸਾਰੇ ਪਿੱਛੇ ਹਟ ਗਏ। ਤਉ ਸਚਿੰਤ ਨਿਤ ਹੈ ਮਨ ਰਹਿਓ। ਪਰ ਉਹਨਾਂ ਦੇ ਮਨ ਦੀ ਚਿੰਤਾ ਨਹੀਂ ਗਈ, ਫਿਕਰ ਨਹੀਂ ਗਿਆ, ਉਹਨਾਂ ਦੇ ਮਨ 'ਚ ਭਰੋਸਾ ਨਹੀਂ ਵੱਜਾ ਭਈ ਮਾਤਾ ਸੱਚ ਬੋਲਦੀ ਹੈ ਕਿ ਕਿਤੇ ਮਾਤਾ ਐਵੇਂ ਤਾਂ ਨਹੀਂ ਭੁਲੇਖੇ 'ਚ ਪਈ ਹੋਈ, ਬਾਬਾ ਜੀ ਚੜ੍ਹਾਈ ਕਰਕੇ ਹੁਣ ਤੇ ਮਾਤਾ ਸੋਚਦੀ ਹੋਵੇ ਵੀ ਠੀਕ ਹੋ ਜਾਣਗੇ, ਆ ਜਾਣਗੇ। ਕਈ ਵਾਰੀ ਮਾਈਆਂ ਨੂੰ ਇਦਾਂ ਦਾ ਵੀ ਹੁੰਦਾ ਵੀ ਉਹਨਾਂ ਨੂੰ ਲੱਗਦਾ ਵੀ ਮੇਰਾ ਪਤੀ ਹੈ, ਮੇਰਾ ਪੁੱਤਰ ਹੈ, ਮੇਰਾ ਭਰਾ ਹੈ, ਇਹਦਾ ਸੰਸਕਾਰ ਨਾ ਹੋ ਜਾਵੇ। ਇੱਥੋਂ ਤੱਕ ਵੀ ਕਈ ਵਾਰੀ ਮਨ ਦੇ ਉੱਤੇ ਬਣ ਜਾਂਦਾ। ਮਸੰਤ ਇਹ ਸੋਚਦੇ ਵੀ ਮਾਤਾ ਜੀ ਨੂੰ ਪਤਾ ਨਹੀਂ ਬਾਬਾ ਚੜ੍ਹਾਈ ਕਰ ਗਿਆ। ਹਾਂਜੀ, ਬਚ ਪੰਜਾਬ ਕਵਰ ਜੋ ਪਾਖਾ। ਜੋ ਮਾਤਾ ਪੰਜਾਬ ਕੌਰ ਨੇ ਆਖਿਆ ਸੀ ਵੀ ਤੁਸੀਂ ਫਿਕਰ ਨਹੀਂ ਕਰਨਾ ਤੇ ਆਪਣੀ ਆਪਣੀ ਡਿਊਟੀ ਕਰੀ ਚੱਲੋ, ਬਾਬਾ ਰਾਮ ਰਾਏ ਜੀ ਆ ਜਾਣਗੇ। ਉਹ ਜਿਹੜਾ ਬਚਨ ਉਹਨਾਂ ਨੇ ਕਿਹਾ ਸੀ, ਦ੍ਰਿੜ ਨਿਸ਼ਚਾ ਨਹਿ ਤਿਸ ਪਰ ਰਾਖਾ। ਮਸੰਦਾਂ ਦਾ ਵਿਸ਼ਵਾਸ ਨਹੀਂ ਉਸ ਗੱਲ ਤੇ ਬਣਿਆ, ਦ੍ਰਿੜ ਨਿਸ਼ਚਾ ਨਹੀਂ ਬਣਿਆ। ਉਦਾਂ ਕੁਝ ਸਮੇਂ ਲਈ ਤਾਂ ਬੜਾ ਗਏ, ਚਲੋ ਮਾਤਾ ਜੀ ਜਿਵੇਂ ਕਹਿੰਦੇ ਠੀਕ ਹੈ, ਪਰ 15-20 ਮਿੰਟ ਘੰਟੇ ਕੇ ਬਾਅਦ ਫੇਰ ਖਿਆਲ ਉਦਾਂ ਦੇ ਆਣੇ ਸ਼ੁਰੂ ਹੋ ਗਏ। ਦਿਵਸ ਬਿਤਿਓ ਸੋ ਨਿਸਾ ਬਿਤਾਈ। ਉਹ ਦਿਨ ਸਾਰਾ ਹੀ ਬੀਤ ਗਿਆ ਤੇ ਉਹ ਰਾਤ ਵੀ ਬੀਤ ਗਈ। ਮਿਲੇ ਮਸੰਦ ਪ੍ਰਾਤ ਸਮਦਾਈ। ਲਗਭਗ 24 ਘੰਟਿਆਂ ਬਾਅਦ ਫੇਰ ਤਾਂ ਮਸੰਦਾਂ ਨੇ ਇਕੱਠੇ ਹੋਣਾ ਹੀ ਸੀਗਾ। ਸਾਰੇ ਡੇਰੇ ਦੇ ਮਸੰਦ ਇਕੱਠੇ ਹੋ ਗਏ ਕਹਿ ਸੋ ਹਮ ਗੁਰ ਤਨ ਤਜ ਗਇਓ। ਤੇ ਕਹਿਣ ਲੱਗੇ ਸਾਡੇ ਗੁਰੂ ਬਾਬਾ ਰਾਮ ਰਾਏ ਜੀ ਚੋਲਾ ਛੱਡ ਗਏ। ਬਾਬੇ ਰਾਮ ਰਾਏ ਜੀ ਨੇ ਸਰੀਰ ਤਿਆਗ ਦਿੱਤਾ ਹੈ। ਸੋ ਅਬ ਲੋ ਨਿਕਸਤ ਨਹਿ ਪਇਓ। ਜੇ ਬਾਬਾ ਜੀ ਹੁੰਦੇ ਤਾਂ ਬਾਹਰ ਆ ਜਾਂਦੇ। ਅੱਜ ਗੁਰੂ ਜੀ ਨੇ ਦੀਵਾਨ ਨਹੀਂ ਲਾਇਆ, ਕੱਲ ਵੀ ਨਹੀਂ ਲਾਇਆ। ਇਹਦਾ ਮਤਲਬ ਹੈ ਵੀ ਸਾਡੇ ਗੁਰੂ ਤਾਂ ਹੁਣ ਦੁਨੀਆ ਤੋਂ ਚਲੇ ਗਏ ਨੇ। ਜੋ ਸਹਾਇਤਾ ਕੋ ਕਿਤ ਜਾਤੇ। ਜੇ ਮਾਤਾ ਪੰਜਾਬ ਕੌਰ ਕਹਿੰਦੀ ਹੈ ਵੀ ਕਿਸੇ ਸਿੱਖ ਦੀ ਸਹਾਇਤਾ ਕਰਨ ਗਏ ਨੇ, ਜੇ ਬਾਬਾ ਜੀ ਨੇ ਗੁਰੂ ਰਾਮ ਰਾਏ ਨੇ ਜਾਣਾ ਹੁੰਦਾ ਕਿਤੇ ਤੋ ਉਠ ਦਰਸ਼ਨ ਦੇਤ ਪ੍ਰਭਾਤੇ। ਤਾਂ ਘੱਟੋ ਘੱਟ ਸਾਨੂੰ ਦਰਸ਼ਨ ਤਾਂ ਦੇ ਕੇ ਜਾਂਦੇ। ਦਰਸ਼ਨ ਤਾਂ ਦਿੰਦੇ ਹੋ, ਸਾਨੂੰ ਦਰਸ਼ਨ ਵੀ ਨਹੀਂ ਦਿੱਤੇ। ਦੀਵਾਨ ਨਹੀਂ ਲਾਇਆ, ਇਸ਼ਨਾਨ ਪਾਨ ਨਹੀਂ ਕੀਤਾ, ਆਪਣਾ ਨਿਤਨੇਮ ਨਹੀਂ ਕੀਤਾ, ਇਦਾਂ ਹੀ ਪਏ ਨੇ। ਇਹਦਾ ਮਤਲਬ ਹੈ ਵੀ ਬਾਬਾ ਜੀ ਤਾਂ ਚਲਾਣਾ ਕਰ ਗਏ ਨੇ। ਕਹਾ ਪੰਜਾਬ ਕਬਰ ਲਖ ਭੇਵ। ਹੁਣ ਮਸੰਦ ਜਿਹੜੇ ਨੇ ਕਿਉਂਕਿ ਮਾਇਆ ਧਾਰੀ ਅੰਨੇ ਬੋਲੇ ਹੋ ਚੁੱਕੇ ਸਨ। ਬਾਬੇ ਰਾਮ ਰਾਏ ਦੇ ਡੇਰੇ ਦਾ ਕੰਮ ਜ਼ਿਆਦਾ ਹੀ ਵਿਗੜ ਗਿਆ ਸੀ। ਵੈਸੇ ਤਾਂ ਗੁਰੂ ਘਰ ਦੇ ਸਾਰੇ ਹੀ ਮਸੰਦ, 10ਵੇਂ ਪਾਤਸ਼ਾਹ ਵਾਲੇ ਵੀ ਜਿਹੜੇ ਮਸੰਦ ਸੀ ਉਹ ਵੀ ਆਪ ਉਧਰੇ ਹੋ ਗਏ ਸਨ। ਉਧਰੋਂ ਬਾਬੇ ਧੀਰਮਲ ਦੇ ਮਸੰਦ ਜਿਹੜੇ ਸਨ ਉਹ ਵੀ ਬਹੁਤ ਆਪ ਉਧਰੇ ਹੋ ਗਏ ਸਨ। ਪਰ ਬਾਬੇ ਰਾਮ ਰਾਏ ਦੇ ਮਸੰਦਾਂ ਦਾ ਤਾਂ ਬਹੁਤ ਜ਼ਿਆਦਾ ਹੰਕਾਰ ਸੀਗਾ, ਕਿਸੇ ਨੂੰ ਮੰਨਦੇ ਨਹੀਂ ਸੀ। ਜਦੋਂ 24 ਘੰਟਿਆਂ ਬਾਅਦ ਇਹਨਾਂ ਨੇ ਮੀਟਿੰਗ ਕੀਤੀ ਦੇ ਵਿੱਚੋਂ ਇੱਕ ਅੱਧਾ ਮਸੰਦ ਬੋਲ ਪਿਆ। ਮਾਈ ਨੂੰ ਕੀ ਪਤਾ, ਮਾਈਆਂ ਨੂੰ ਕੀ ਪਤਾ ਹੁੰਦਾ, ਮਾਈ ਕੀ ਜਾਣਦੀ ਹੈ। ਬਾਬਾ ਜੀ ਚੜ੍ਹਾਈ ਕਰ ਗਏ ਨੇ, ਮਾਈ ਐਵੇਂ ਹੀ ਬਾਬਾ ਜੀ ਦਾ ਸਰੀਰ ਰੱਖੀ ਬੈਠੀ ਹੈ। ਅਚਰਜ ਚਰਤ ਕਰਹਿ ਗੁਰਦੇਵ। ਕਹਿੰਦੇ ਬਾਬਾ ਜੀ ਤਾਂ ਅਚਰਜ ਕੌਤਕ ਕਰਦੇ ਸਨ, ਬੜੇ ਉਹਨਾਂ ਦੇ ਕੌਤਕ ਨਿਆਰੇ ਸਨ। ਪ੍ਰਿਆ ਕੇ ਤਨ ਮਹਿ ਹੋਇ ਨਾ ਮਹਾਨੀ। ਕਹਿੰਦੇ ਮਾਤਾ ਪੰਜਾਬ ਕੌਰ ਇਸਤਰੀ ਦਾ ਜਾਮਾ ਹੈ, ਇਹਨਾਂ ਨੂੰ ਬਹੁਤੀਆਂ ਗੱਲਾਂ ਦਾ ਨਹੀਂ ਮਾਈਆਂ ਨੂੰ ਪਤਾ ਹੁੰਦਾ। ਬਾਬਾ ਜੀ ਇਹਨੂੰ ਕਹਿ ਗਏ ਹੋਣਗੇ ਵੀ ਰੋਵੇਗੀ ਨਹੀਂ, ਪਿੱਟੇਗੀ ਨਹੀਂ, ਇਸ ਕਰਕੇ ਬਾਬਾ ਜੀ ਨੇ ਕਿਹਾ ਹੋਣਾ ਵੀ ਹੌਸਲਾ ਰੱਖੇਗੀ, ਤਾਂ ਉਹ ਏਦਾਂ ਦਾ ਬਚਨ ਕਰਕੇ ਚਲੇ ਗਏ ਨੇ। ਇਸ ਕੀ ਕਹੀ ਕਹਾ ਸੱਚ ਜਾਨੀ। ਆਪਸ ਚ ਮਸੰਦ ਗੱਲਾਂ ਕਰਦੇ। ਕਹਿੰਦੇ ਤੁਸੀਂ ਇਸ ਮਾਈ ਪੰਜਾਬ ਕੌਰ ਦਾ ਕਿਹਾ ਮੰਨ ਬੈਠੇ ਹੋ, ਇਹਦੀ ਗੱਲ ਸੱਚੀ ਜਾਣਦੇ ਹੋ, ਇਹਨੂੰ ਵਿਚਾਰੀ ਨੂੰ ਕੀ ਪਤਾ ਮਾਈ ਨੂੰ। ਬਾਬਾ ਜੀ ਤਾਂ ਕਦੋਂ ਦੇ ਚਲੇ ਗਏ ਨੇ। ਆਪਣੇ ਭੇਵ ਪਰਲੋਕ ਸਿਧਾਰਨ। ਉਹਨਾਂ ਨੇ ਆਪਣੇ ਸੱਚਖੰਡ ਜਾਣ ਦਾ, ਪਰਲੋਕ ਗਮਨ ਕਰਨ ਦਾ ਭੇਦ ਨਹੀਂ ਸੀ ਦੱਸਣਾ। ਇਸ ਕਰਕੇ ਉਹ ਆਪਣੀ ਪਤਨੀ ਤੋਂ ਥੋੜਾ ਪਰਦਾ ਰੱਖ ਗਏ ਵੀ ਰੋਏ ਪਿੱਟੇਗੀ, ਬੈਰਾਗ ਕਰੇਗੀ। ਉਹਨਾਂ ਨੇ ਪ੍ਰੇਮ ਨਾਲ ਕਹਿਤਾ ਵੀ ਕੋਈ ਗੱਲ ਨਹੀਂ, ਹੌਸਲਾ ਰੱਖੀ, ਅਸੀਂ ਆ ਜਾਵਾਂਗੇ। ਪਰ ਉਹ ਤਾਂ ਚਲੇ ਗਏ ਨੇ, ਹੁਣ ਕਿੱਥੇ ਆਉਣਾ ਉਹਨਾਂ ਨੇ। ਹਾਂਜੀ, ਨਿਕਟ ਨਾ ਕਿਸਕੇ ਕੀਨ ਉਚਾਰਨ। ਉਹਨਾਂ ਨੇ ਕਿਸੇ ਦੇ ਕੋਲ ਗੱਲ ਹੀ ਨਹੀਂ ਕੀਤੀ, ਕਿਸੇ ਅੱਗੇ ਉਹਨਾਂ ਨੇ ਜ਼ਿਕਰ ਨਹੀਂ ਕੀਤਾ। ਉਹ ਮਾਈ ਪੰਜਾਬ ਕੌਰ ਨੂੰ ਹੌਸਲਾ ਦੇ ਕੇ ਚਲੇ ਗਏ ਨੇ। ਧੀਰਜ ਦੇਨ ਹੇਤ ਇਸ ਮਨ ਕੋ। ਇਹ ਪੰਜਾਬ ਕੌਰ ਰੋਵੇਗੀ ਪਿੱਟੇਗੀ, ਇਸ ਕਰਕੇ
ਇਹਦੇ ਮਨ ਨੂੰ ਹੌਸਲਾ ਬਣਿਆ ਰਵੇ, ਇਹਦਾ ਮਨ ਟਿਕਿਆ ਰਵੇ। ਬਾਬਾ ਜੀ ਇਹਨੂੰ ਇਦਾਂ ਕਹਿ ਗਏ ਨੇ ਵੀ ਅਸੀਂ ਸਿੱਖ ਦੀ ਮਦਦ ਕਰਨ ਚੱਲੇ ਆ। ਤਰਹਿ ਸ਼ੋਕ ਨਹਿ ਕਰਹਿ ਰੁਦਨ ਕੋ। ਇਹ ਰੋਵੇ ਪਿੱਟੇ ਨਾ, ਸ਼ੋਕ ਨਾ ਕਰੇ, ਤਾਂ ਗੁਰੂ ਜੀ ਇਦਾਂ ਕਹਿ ਗਏ ਨੇ। ਜਾਂ ਤੇ ਕੱਛ ਫਰੇਬ ਸੰਗ ਬਾਨੀ। ਇਸ ਕਰਕੇ ਬਾਬਾ ਜੀ ਨੇ ਇਹਨੂੰ ਥੋੜਾ ਜਿਹਾ ਪੜਦੇ ਨਾਲ ਗੱਲ ਕਹੀ ਹੈ, ਸਿੱਧੀ ਨਹੀਂ ਕਹੀ ਵੀ ਅਸੀਂ ਚਲਾਣਾ ਕਰਨ ਲੱਗੇ ਆ। ਇਹ ਕਹਿ ਗਏ ਨੇ ਵੀ ਅਸੀਂ ਆ ਜਾਵਾਂਗੇ, ਤੂੰ ਫਿਕਰ ਨਾ ਕਰੀ। ਤੋ ਇਸ ਕਰਕੇ ਮਾਤਾ ਪੰਜਾਬ ਕੌਰ ਦੀ ਗੱਲ ਨਾ ਮੰਨੋ ਤੇ ਛੇਤੀ ਕਰੋ, ਬਾਬਾ ਜੀ ਦੇ ਸਰੀਰ ਦਾ ਸੰਸਕਾਰ ਕਰੀਏ। ਕਹੀ ਹੋਏਗੀ ਨਹਿ ਇਸ ਜਾਨੀ। ਉਹਨਾਂ ਨੇ ਕਹੀ ਹੋਣੀ ਗੱਲ ਕੋਈ ਹੋਰ, ਮਾਈ ਨੇ ਹੋਰ ਸਮਝ ਲਈ ਹੈ। ਮਾਈ ਨੂੰ ਕੀ ਪਤਾ ਕੀ ਕਿਹਾ ਬਾਬਾ ਜੀ ਨੇ, ਹੁਣ ਇਹਨੇ ਕੋਈ ਹੋਰ ਹੀ ਅਰਥ ਕਰ ਲਏ ਨੇ। ਆਪਾਂ ਹੁਣ ਇਹਦੇ ਮੂੰਹ ਵੱਲ ਨਾ ਵੇਖੀਏ, ਹੁਣ ਬਾਬਾ ਜੀ ਦਾ ਸੰਸਕਾਰ ਕਰਨ ਦੀ ਤਿਆਰੀ ਕਰੀਏ। ਕਰਹੋ ਜਤਨ ਜਿਮ ਖੁਲੈ ਕਿਵਾਰ। ਹੁਣ ਖੋਲੀਏ ਦਰਵਾਜ਼ਾ, ਭਾਵੇਂ ਤਖਤਾ ਤੋੜੀਏ, ਭਾਵੇਂ ਕੁੰਡੀ ਤੋੜੀਏ, ਯਤਨ ਕਰੀਏ ਆਪਾਂ ਦਰਵਾਜ਼ਾ ਭੰਨ ਕੇ ਅੰਦਰ ਵੜੀਏ। ਸਭ ਮਿਲ ਕਯੋ ਨਹਿ ਲੇਤ ਨਿਹਾਰ। ਇੱਕ ਵਾਰੀ ਆਪਾਂ ਵੇਖੀਏ ਤਾਂ ਸਹੀ, ਜੇ ਸਰੀਰ ਵਿੱਚ ਸਵਾਸ ਚੱਲਦੇ ਹੋਏ ਕੋਈ ਉਹਨਾਂ ਦੇ ਚਿਹਰੇ ਦੇ ਉੱਤੇ ਕੋਈ ਬਦਲਾਵ ਨਹੀਂ ਆਇਆ, ਫਿਰ ਤਾਂ ਮੰਨ ਲਾਂਗੇ ਵੀ ਚਲੋ ਬਾਬਾ ਜੀ ਠੀਕ ਠਾਕ ਨੇ। ਪਰ ਜੇ ਸਵਾਸ ਹੀ ਨਾ ਹੋਏ ਸਰੀਰ ਦੇ ਵਿੱਚ, ਉਹਨਾਂ ਦਾ ਸਰੀਰ ਹੀ ਕੁਮਲਾਣ ਲੱਗ ਪਿਆ, ਫਿਰ ਸੰਸਕਾਰ ਹੀ ਕਰਨਾ। ਆਪਾਂ ਦਰਵਾਜ਼ਾ ਤੋੜ ਕੇ ਅੰਦਰ ਵੜੀਏ। ਗਰਬਤ ਧਨੀ ਮਸੰਦ ਬਿਲੰਦ। ਕਵੀਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ, ਹੰਕਾਰੀ ਸਨ ਮਸੰਦ, ਮਾਇਆ ਧਾਰੀ ਸਨ। ਮਾਇਆ ਬਹੁਤ ਹੋਣ ਜਾਣ ਕਰਕੇ ਗੁਰੂ ਦਾ ਭੈ ਨਹੀਂ ਸੀ ਰਹਿ ਗਿਆ। ਮਾਇਆ ਦੇ ਨਸ਼ੇ ਵਿੱਚ ਸਾਧ ਸੰਗਤ ਜੀ ਸਭ ਤੋਂ ਵੱਡਾ ਇਹੀ ਗੁਨਾਹ ਹੁੰਦਾ ਵੀ ਗੁਰੂਆਂ ਪੀਰਾਂ ਦਾ ਸਤਿਕਾਰ ਖਤਮ ਹੋ ਜਾਂਦਾ ਮਨ ਵਿੱਚੋਂ। ਸੋ ਇਹਦੇ ਮਨ ਵਿੱਚੋਂ ਜਿਹੜੇ ਮਸੰਦ ਸੀਗੇ ਬਾਬੇ ਰਾਮ ਰਾਏ ਦੇ, ਉਹਨਾਂ ਦੇ ਮਨਾਂ ਵਿੱਚ ਬਾਬਾ ਜੀ ਦਾ ਵੀ ਸਤਿਕਾਰ ਨਾ ਮਾਤਰ ਹੀ ਸੀ। ਬਾਬੇ ਦੀਆਂ ਕਰਾਮਾਤਾਂ ਤੋਂ ਡਰਦੇ ਸੀ, ਪਰ ਉਦਾਂ ਵੀ ਅਸੀਂ ਮਾਇਆ ਧਾਰੀਆਂ, ਬਾਬੇ ਦਾ ਕਿਹੜਾ ਕੋਈ ਅੱਗਾ ਪਿੱਛਾ ਹੈ। ਬੇਔਲਾਦੇ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ 2 ਬਚਨ ਬਾਬੇ ਰਾਮ ਰਾਏ ਜੀ ਵਾਸਤੇ ਹੋ ਗਏ ਸਨ। ਜਦੋਂ ਬਾਬਾ ਰਾਮ ਰਾਏ ਜੀ ਨੇ ਈਰਖਾਵਸ ਹੋ ਕੇ ਬਚਨ ਛੱਡਿਆ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੀਤਲਾ ਦੇ ਖਾਜੇ ਬਣਨਗੇ। ਸੀਤਲਾ ਮੈਨੇ ਚੇਚਕ ਦੀ ਜਿਹੜੀ ਮਾਈ ਨਿਕਲ ਆਉਂਦੀ ਹੈ ਨਾ, ਵੱਡੀ ਮਾਤਾ, ਵੀ ਉਹਦੇ ਨਾਲ ਇਹਨਾਂ ਦਾ ਸਰੀਰ ਛੁੱਟੇਗਾ। ਇਹ ਬਚਨ ਜਦੋਂ ਉਹਨਾਂ ਨੇ ਛੱਡਿਆ ਈਰਖਾ ਦੇ ਨਾਲ, ਤੇ ਸੰਗਤ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ ਬੰਗਲਾ ਸਾਹਿਬ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਜਿਵੇਂ ਸਾਡੇ ਭਰਾ ਜੀ ਕਹਿੰਦੇ ਆ ਉਵੇਂ ਹੀ ਹੋਵੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਉਹ ਕਹਿੰਦੇ ਮਹਾਰਾਜ ਤੁਸੀਂ ਪਰਮੇਸ਼ਰ ਦੀ ਗੱਦੀ ਤੇ ਬੈਠੇ ਹੋ, ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਮਾਲਕ ਹੋ, ਤੁਸੀਂ ਬਾਬੇ ਰਾਮ ਰਾਏ ਦਾ ਬਚਨ ਨਹੀਂ ਉਲਟਾ ਸਕਦੇ, ਤੇ ਫਿਰ ਹੋਰ ਕੌਣ ਉਲਟਾਏਗਾ? ਤੁਸੀਂ ਤਾਂ ਬਚਨ ਉਲਟਾ ਦਿਓ, ਉਹਨਾਂ ਦਾ ਤੀਰ ਖਾਲੀ ਜਾਵੇ। ਸਤਿਗੁਰੂ ਕਹਿੰਦੇ ਨਹੀਂ, ਸਾਡੇ ਭਰਾ ਜੀ, ਵੱਡੇ ਭਰਾ ਜੀ ਜੋ ਕਹਿ ਰਹੇ ਨਾ, ਉਹ ਸੱਤ ਕਹਿ ਰਹੇ ਨੇ, ਤੁਹਾਨੂੰ ਨਹੀਂ ਪਤਾ ਇਸ ਗੱਲ ਦਾ। ਕਿਉਂਕਿ ਜੋ ਉਹ ਬੋਲਦੇ ਨੇ ਉਹ ਨਹੀਂ ਬੋਲਦੇ। ਸਾਡੇ ਪਿਤਾ ਜੀ ਨੇ ਉਹਨਾਂ ਨੂੰ ਵਰ ਦਿੱਤਾ ਵੀ ਜੋ ਤੁਸੀਂ ਬੋਲੋਗੇ ਉਹ ਅਸੀਂ ਬੋਲਾਂਗੇ। ਆਖੋ ਸ੍ਰੀ ਵਾਹਿਗੁਰੂ। ਵੀ ਗੁਰੂ ਨਾਨਕ ਸਾਹਿਬ ਦੀ ਕਲਾ ਪੂਰੀ ਵਰਤੇਗੀ, ਤੁਹਾਡੇ ਬੋਲਾਂ ਵਿੱਚ ਸ਼ਕਤੀ ਹੋਵੇਗੀ, ਤੁਹਾਡਾ ਬੋਲ ਕੋਈ ਮੋੜ ਨਹੀਂ ਸਕੇਗਾ। ਇਹ ਗੁਰੂ ਸਾਹਿਬ ਜੀ ਨੇ, 7ਵੇਂ ਪਾਤਸ਼ਾਹ ਜੀ ਨੇ ਕਹਿ ਕੇ ਭੇਜਿਆ ਸੀ ਵੀ ਰਾਮ ਰਾਏ ਤੇਰੀ ਰਸਨਾ ਤੇ ਅਸੀਂ ਬੋਲਣਾ, ਗੁਰੂ ਨਾਨਕ ਸਾਹਿਬ ਨੇ ਬੋਲਣਾ। ਤੇ ਇਸ ਕਰਕੇ ਬਾਬੇ ਰਾਮ ਰਾਏ ਜੀ ਨੇ ਜੇ ਸਰਾਪ ਦਿੱਤਾ ਅਸੀਂ ਮੋੜ ਦਈਏ, ਤੇ ਫਿਰ ਲੋਕਾਂ ਨੇ ਕਹਿਣਾ ਗੁਰੂ ਰਾਏ ਸਾਹਿਬ ਦਾ ਬਚਨ ਚ ਸ਼ਕਤੀ ਕੋਈ ਨਹੀਂ ਸੀ, ਤਾਂ ਹੀ ਰਾਮ ਰਾਏ ਦਾ ਬੋਲ ਖਾਲੀ ਗਿਆ। ਅਸੀਂ ਉਹਨਾਂ ਦਾ ਕੋਈ ਬੋਲ ਖਾਲੀ ਨਹੀਂ ਜਾਣ ਦੇਣਾ। ਤੇ ਕਹਿੰਦੇ ਫਿਰ ਮਹਾਰਾਜ ਤੁਸੀਂ ਵੀ ਕੋਈ ਤੀਰ ਛੱਡੋ, ਕੋਈ ਬਚਨ ਕਰੋ। ਮਹਾਰਾਜ ਕਹਿੰਦੇ ਵਰ ਤੇ ਸਰਾਪ ਦੇਣੇ ਗੁਰੂ ਘਰ ਦੀ ਮਰਿਆਦਾ ਨਹੀਂ। ਆਖੋ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਪਿਆਰੇ ਭਾਣੇ ਵਿੱਚ ਰਹਿੰਦੇ, ਨਾ ਕਿਸੇ ਨੂੰ ਵਰ ਦਿੰਦੇ ਆ ਨਾ ਸਰਾਪ ਦਿੰਦੇ ਆ। ਲੰਘ ਨਿਕੱਥਾ ਵਰੈ ਸਰਾਪੈ। ਭਾਈ ਗੁਰਦਾਸ ਜੀ ਨੇ ਬ੍ਰਹਮ ਗਿਆਨੀ ਦੀ ਸਿਖਰ ਦੀ ਅਵਸਥਾ ਦਿੱਤੀ ਹੈ। ਉਹ ਟੱਪ ਜਾਂਦਾ ਵਰ ਤੇ ਸਰਾਪ ਦੀ ਕੰਧ ਨੂੰ, ਨਾ ਉਹ ਵਰ ਦਿੰਦਾ ਨਾ ਸਰਾਪ ਦਿੰਦਾ, ਬੜੀ ਉੱਚੀ ਖੇਡ 'ਚ ਰਹਿੰਦਾ ਉਹ ਤਾਂ। ਇਸ ਕਰਕੇ ਅਸੀਂ ਨਾ ਵਰ ਦਈਏ ਨਾ ਕਿਸੇ ਨੂੰ ਸਰਾਪ ਦਈਏ, ਸਹਿ ਸੁਭਾਅ ਕੋ ਬਚਨ ਮੂੰਹ ਤੋਂ ਨਿਕਲ ਜਾਵੇ ਨਿਕਲ ਜਾਵੇ। ਸੰਗਤ ਨੇ ਕਿਹਾ ਮਹਾਰਾਜ
ਆਪ ਜੀ ਦਾ ਬਚਨ ਗੁਰਮਤਿ ਅਨੁਸਾਰ ਠੀਕ ਹੈ, ਪਰ ਜਿਹੜੀ ਸੰਗਤ ਹੈ ਨਾ ਉਹ ਗੁਰੂ ਤੇ ਤਾਂ ਭਰੋਸਾ ਕਰਦੀ ਹੈ ਜੇ ਗੁਰੂ ਵਿੱਚ ਕੋਈ ਕਲਾ ਹੋਵੇ, ਤੇ ਜੇ ਗੁਰੂ ਦੇ ਵਿੱਚ ਕਲਾ ਨਾ ਹੋਵੇ ਤੇ ਦੂਜਿਆਂ ਵਿੱਚ ਕਲਾ ਹੋਵੇ ਤੇ ਉਹਨਾਂ ਵੱਲ ਭੱਜ ਜਾਂਦੀ ਹੈ। ਇਹ ਗੱਦੀ ਗੁਰੂ ਨਾਨਕ ਦੇਵ ਜੀ ਤੇ ਤੁਸੀਂ ਬੈਠੇ ਹੋ, ਤੁਹਾਡੇ ਉੱਤੇ ਐਡਾ ਤੀਰ ਛੱਡਿਆ ਉਹਨਾਂ ਨੇ, ਤੁਹਾਨੂੰ ਐਡਾ ਭਿਆਨਕ ਸ਼ਰਾਪ ਦਿੱਤਾ ਹੈ, ਸੰਗਤ ਨੂੰ ਪਤਾ ਲੱਗ ਗਿਆ, ਤੁਸੀਂ ਵੀ ਕੋਈ ਬਚਨ ਕਰ ਦਿਓ। ਤੇ ਸਤਿਗੁਰੂ ਸੁਭਾਵਕ ਹੀ ਬਚਨ ਕੀਤਾ ਵੀ ਬਾਬਾ ਰਾਮ ਰਾਏ ਜੀ ਨਾ ਹਰ ਵੇਲੇ ਈਰਖਾ ਦੀ ਅੱਗ 'ਚ ਸੜਦੇ ਰਹਿੰਦੇ ਨੇ, ਇਸ ਕਰਕੇ ਜਿਉਂਦੇ ਸੜਨਗੇ। ਤੇ ਗੱਦੀ ਦਾ ਮੋਹ ਮਾਇਆ ਦਾ ਜਿਹੜਾ ਲਾਲਚ ਹੈ ਉਹ ਇਸ ਕਰਕੇ ਹੁੰਦਾ ਵੀ ਮੇਰੇ ਧੀਆਂ ਪੁੱਤ ਖਾਣ, ਉਹ ਮਾਰੇ ਕਹਿੰਦੇ ਬੇਔਲਾਦੇ ਜਾਣਗੇ। ਸੋ ਬਾਬਾ ਜੀ, ਬਾਬਾ ਰਾਮ ਰਾਏ ਜੀ ਦੇ 4 ਵਿਆਹ ਹੋਏ ਨੇ, ਔਲਾਦ ਕੋਈ ਨਹੀਂ ਹੋਈ, ਅੰਸ਼ ਕੋਈ ਨਹੀਂ। ਮਹਾਰਾਜ ਦਾ ਬਚਨ ਹੋ ਗਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ, ਤੇ ਉਹ ਸਮਾਂ ਵੀ ਹੁਣ ਆਉਣਾ ਸੀ ਜਿਹੜਾ ਜਿਉਂਦੇ ਸੜਨ ਦਾ। ਇਸ ਕਰਕੇ ਮਸੰਦ ਸਾਰੇ ਇਕੱਠੇ ਹੋ ਕੇ ਕਹਿ ਰਹੇ ਨੇ ਕਿ ਬਾਬਾ ਜੀ ਚਲਾਣਾ ਕਰ ਗਏ ਨੇ, ਮਾਈ ਨੂੰ ਨਹੀਂ ਪਤਾ, ਮਾਈ ਐਵੇਂ ਹੌਸਲਾ ਕਰਕੇ ਬੈਠੀ ਹੈ ਵੀ ਆ ਜਾਣਗੇ ਆ ਜਾਣਗੇ। ਹੁਣ ਗੁਰੂ ਜੀ ਨੇ ਕਿੱਥੇ ਆਉਣਾ? ਹਾਂਜੀ, ਤਰਹਿ ਨਾ ਤਰਾਸ ਮਹਾਮਤ ਮੰਦ। ਇਹ ਜਿਹੜੇ ਮਸੰਦ ਸੀਗੇ ਹੰਕਾਰੀ, ਮਾਤਾ ਜੀ ਦਾ ਵੀ ਡਰ ਨਹੀਂ ਰੱਖਦੇ, ਆਪਣੇ ਗੁਰੂ ਦਾ ਵੀ ਡਰ ਨਹੀਂ ਰੱਖਦੇ। ਜਬ ਹੈ ਜਤਨ ਕਛ ਲੱਗ ਹੈ ਕਰਨੇ। ਜਦੋਂ ਇਹ ਕੋਈ ਯਤਨ ਕਰਨ ਲੱਗੇ, ਜਦੋਂ ਇਹਨਾਂ ਨੇ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ, ਤੋਰ ਕੇ ਵਾਰਨ ਚਹਿਤ ਉਹ ਘਰਨੇ। ਇਹ ਹੁਣ ਬੂਹਾ ਭੰਨਣਾ ਚਾਹੁੰਦੇ ਆ, ਦਰਵਾਜ਼ਾ ਤਖਤਾ ਪੱਟਣਾ ਚਾਹੁੰਦੇ ਆ, ਕੁੰਡੀ ਖੋਲਣੀ ਚਾਹੁੰਦੇ ਆ, ਅੰਦਰ ਵੜਨਾ ਚਾਹੁੰਦੇ ਆ। ਸੋਨ ਪੰਜਾਬ ਕੁਬਰ ਤਬ ਦਾਸੀ। ਤਾਂ ਮਾਈ ਪੰਜਾਬ ਕੌਰ ਨੇ ਆਪਣੀਆਂ ਦਾਸੀਆਂ ਨੂੰ ਭੇਜਿਆ ਵੀ ਉਹਨਾਂ ਨੂੰ ਆਖੋ ਖਬਰਦਾਰ, ਬਾਬਾ ਜੀ ਦਾ ਦਰਵਾਜ਼ਾ ਨਹੀਂ ਖੋਲਣਾ, ਇਹ ਗਲਤੀ ਨਾ ਕਰ ਲਿਆ ਜੇ। ਭੇਜੀ ਤੂਰਨ ਤਿਨ ਕੇ ਪਾਸੀ। ਉਹਨਾਂ ਨੇ ਮਾਤਾ ਜੀ ਨੇ, ਮਾਤਾ ਪੰਜਾਬ ਕੌਰ ਜੀ ਨੇ ਛੇਤੀ ਦੇ ਨਾਲ ਦਾਸੀ ਭੇਜੀ, ਮਸੰਦਾਂ ਨੂੰ ਆਖੋ ਵੀ ਮੇਰਾ ਹੁਕਮ ਹੈ, ਬਾਬਾ ਜੀ ਦਾ ਹੁਕਮ ਹੈ, ਦਰਵਾਜ਼ਾ ਕਿਸੇ ਹਾਲਤ ਵਿੱਚ ਨਹੀਂ ਖੁੱਲ ਸਕਦਾ। ਕਰੇ ਹਟਾਵਨ ਤੁਮ ਕਿਆ ਕਰੋ। ਦਾਸੀਆਂ ਨੇ ਆ ਕੇ ਰੋਕਿਆ ਵੀ ਮਾਤਾ ਜੀ ਕਹਿੰਦੇ ਤੁਸੀਂ ਕਰਦੇ ਕੀ ਹੋ, ਤੁਹਾਡਾ ਦਿਮਾਗ ਖਰਾਬ ਹੋ ਗਿਆ। ਬਾਬਾ ਜੀ ਕਹਿ ਕੇ ਗਏ ਨੇ ਵੀ ਅਸੀਂ 2 ਦਿਨਾਂ ਨੂੰ ਆ ਜਾਈਏ, 4 ਦਿਨਾਂ ਨੂੰ ਆ ਜਾਣਾ ਅਸੀਂ, ਤੇ ਤੁਸੀਂ ਬਾਬਾ ਜੀ ਦਾ ਬਚਨ ਮੰਨ ਕੇ ਕੀਰਤਨ ਭਜਨ ਕਰੋ, ਸੇਵਾ ਕਰੋ, ਲੰਗਰ ਚਲਾਓ। ਤੁਸੀਂ ਇਸ ਕੰਮ ਤੋਂ ਕੀ ਲੈਂਦੇ ਹੋ? ਮਹਾਂਪੁਰਸ਼ਾਂ ਦੀ ਖੇਡ ਹੈ, ਆ ਜਾਣਗੇ। ਗੁਰੂ ਹੁਕਮ ਕੋ ਤਰਾਸ ਨਾ ਤਰੋ। ਆਪਣੇ ਗੁਰੂ ਦੇ ਹੁਕਮ ਤੋਂ ਤਾਂ ਡਰੋ। ਗੁਰੂ ਨੇ ਕਿਹਾ ਵੀ ਮੈਂ ਆ ਜਾਣਾ, ਤੇ ਤੁਸੀਂ ਕਹਿੰਦੇ ਹੋ ਵੀ ਬਾਬਾ ਜੀ ਚੜ੍ਹਾਈ ਕਰ ਗਏ ਨੇ। ਤੁਸੀਂ ਮੰਨੋ ਬਚਨ, ਆਪਣੇ ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ। ਮੁਝ ਸੋ ਕਹਿ ਕਰ ਆਪ ਸਿਧਾਰੇ। ਮੈਨੂੰ ਆਪ ਕਹਿ ਕੇ ਗਏ ਨੇ, ਬੜੇ ਪਿਆਰ ਨਾਲ ਉਹਨਾਂ ਨੇ ਮੈਨੂੰ ਸਮਝਾਇਆ ਵੀ ਪੰਜਾਬ ਕੌਰ, ਅਸੀਂ ਫਲਾਣੇ ਸਿੱਖ ਦੀ ਮਦਦ ਕਰਨ ਜਾ ਰਹੇ ਹਾਂ, ਦੂਰ ਦੇਸ਼ ਜਾਣਾ ਹੈ, ਸਰੀਰ ਅਸੀਂ ਨਹੀਂ ਲਿਜਾ ਸਕਦੇ, ਅਸੀਂ ਸਰੀਰ ਆਪਣਾ ਛੱਡ ਕੇ ਜਾ ਰਹੇ ਹਾਂ, ਆਤਮਿਕ ਬਲ ਨਾਲ ਜਾ ਰਹੇ ਹਾਂ, ਵਾਪਸ ਆਵਾਂਗੇ, ਉਹਨਾਂ ਚਿਰ ਸਾਡੇ ਸਰੀਰ ਨੂੰ ਕਮਰੇ ਤੋਂ ਬਾਹਰ ਨਹੀਂ ਕੱਢਣਾ, ਕਿਸੇ ਨੇ ਹੱਥ ਨਹੀਂ ਲਾਣਾ, ਕਿਸੇ ਨੂੰ ਛੇੜਨਾ ਨਹੀਂ। ਇਹ ਕਹਿ ਕੇ ਗਏ ਹਨ। ਵਰਜੇ ਕਿਉਂ ਨਹਿ ਰਹਿਤ ਹਮਾਰੇ। ਤੇ ਬਾਬਾ ਰਾਮ ਰਾਏ ਜੀ ਨੇ ਮੈਨੂੰ ਪਹਿਰਾ ਦਿੱਤਾ ਹੈ, ਮੈਂ ਪਹਿਰੇ ਤੇ ਹਾਂ। ਮੈਂ ਮਹਾਰਾਜ ਬਾਬੇ ਰਾਮ ਰਾਏ ਜੀ ਦਾ ਬੂਹਾ ਤੁਹਾਨੂੰ ਨਹੀਂ ਖੋਲਣ ਦਿਆਂਗੀ, ਤੁਸੀਂ ਮੇਰੇ ਵਰਜੇ ਵੀ ਕਿਉਂ ਨਹੀਂ ਰੁਕਦੇ। ਹੁਣ ਆਵੈ ਨਿਜ ਦੇਹ ਸੰਭਾਰ ਹੈ। ਹਾਂ, ਫੇਰ ਆਉਣਗੇ ਬਾਬਾ ਜੀ, ਆ ਕੇ ਆਪਣੀ ਦੇਹ ਸੰਭਾਲਣਗੇ। ਬੈਠ ਸਭਾ ਮਹਿ ਦਰਸ ਦਿਖਾ ਰਹਾ। ਔਰ ਸੰਗਤ ਨੂੰ ਦਰਸ਼ਨ ਦੇਣਗੇ, ਜਿਵੇਂ ਪਹਿਲਾਂ ਦੀਵਾਨ ਲਾਉਂਦੇ ਹੁੰਦੇ ਸੀ, ਬਾਬਾ ਜੀ ਉਦਾਂ ਹੀ ਸੰਗਤਾਂ ਨੂੰ ਦਰਸ਼ਨ ਦਿਆ ਕਰਨਗੇ, ਤੁਸੀਂ ਫਿਕਰ ਨਾ ਕਰੋ। ਸੋਨ ਮਸੰਦ ਪੁਨ ਗਮਨੇ ਪਾਸ। ਇਹ ਸੁਣ ਕੇ ਸਾਰੇ ਮਸੰਦ ਕੋਲ ਚਲੇ ਗਏ ਮਾਤਾ ਦੇ। ਗੁਰ ਬਚ ਮਹਿ ਕਿਮ ਤਾਰਤ ਆਸ। ਤੇ ਮਾਤਾ ਪੰਜਾਬ ਕੌਰ ਨੂੰ ਕਹਿਣ ਲੱਗੇ, ਮਾਤਾ ਤੂੰ ਭੋਲੀ ਹੈ, ਤੈਨੂੰ ਪਤਾ ਹੀ ਨਹੀਂ ਇੰਨਾ ਚਿਰ ਬਾਬਾ ਜੀ ਕਿੱਥੇ ਰਹਿਣਗੇ। ਉਹਦਾ ਤੈਨੂੰ ਉਹ ਕਹਿ ਗਏ ਹੋਣਗੇ ਵੀ ਮਾਤਾ ਰੋਏ ਨਾ, ਦੁਖੀ ਨਾ ਹੋਵੇ, ਤੂੰ ਹੁਣ ਉਹਨਾਂ ਦੇ ਬਚਨਾਂ ਤੇ ਇੰਨਾ ਭਰੋਸਾ ਕਰਕੇ ਨਾ ਬੈਠੀ ਰਹੋ। ਰੁਦਨ ਸ਼ੋਕ ਨਹਿ ਉਪਜੈ ਤੋਹੀ। ਇਹ ਮਾਤਾ ਬਾਬਾ ਜੀ ਤਾਂ ਕਹਿ ਗਏ ਨੇ ਬਈ ਤੂੰ ਰੋਏਂਗੀ ਨਹੀਂ, ਪਿਟੇਂਗੀ ਨਹੀਂ, ਸੋਗ ਨਹੀਂ ਕਰੇਂਗੀ, ਤਾਂ ਤੈਨੂੰ ਰੋਕ ਕੇ ਗਏ ਨੇ ਵੀ ਜੇ ਤੈਨੂੰ ਦੱਸ ਦਿੰਦੇ ਵੀ ਅਸੀਂ ਚੱਲੇ ਆ, ਚਲਾਣਾ ਕਰਨ ਲੱਗੇ ਆ, ਤੇ ਫਿਰ ਤੂੰ ਬੈਰਾਗ ਕਰਨਾ ਸੀ, ਰੋਣਾ ਪਿੱਟਣਾ ਸੀ। ਹਿਤ ਧੀਰਜ ਕੇ ਭਾਖਿਓ ਹੋਹੀ। ਬਾਬਾ ਜੀ ਨੇ ਤੈਨੂੰ ਹੌਸਲਾ ਦੇਣ ਲਈ, ਧੀਰਜ ਦੇਣ ਲਈ ਕਿਹਾ ਹੋਣਾ ਹੈ। ਕਿਉਂ ਗਤ ਕਰਨ ਦੇਤ ਨਹਿ ਆਛੇ। ਤੇ ਹੁਣ ਬਾਬਾ ਜੀ ਦੀ ਮਿੱਟੀ ਕਿਉਂ ਰੋਲਦੀ ਆ ਮਾਤਾ ਤੂੰ?
ਉਹਨਾਂ ਦਾ ਸਰੀਰ 2 ਦਿਨ ਦਾ ਅੰਦਰ ਪਿਆ ਖਰਾਬ ਹੋ ਰਿਹਾ ਹੈ। ਉਹਨਾਂ ਦੇ ਸਰੀਰ ਦੀ ਸਾਨੂੰ ਸੇਵਾ ਕਰਨ ਦੇ, ਉਹਨਾਂ ਦਾ ਸੰਸਕਾਰ ਮਰਿਆਦਾ ਨਾਲ ਕਰਨ ਦੇ ਸਾਨੂੰ। ਤੇ ਜੇ ਪਿਆ ਪਿਆ ਸਰੀਰ ਖਰਾਬ ਹੋ ਗਿਆ, ਕਿਰਮ ਪੈ ਗਏ, ਤੇ ਕਿੰਨੀ ਬਦਨਾਮੀ ਵਾਲੀ ਗੱਲ ਹੈ। ਤੂੰ ਸਾਡਾ ਬਚਨ ਮੰਨ ਤੇ ਬਾਬੇ ਦੇ ਸੰਸਕਾਰ ਦੀ ਹੁਣ ਆਪਾਂ ਤਿਆਰੀ ਕਰੀਏ। ਅਜਹੋ ਜੀਵ ਬੋ ਪਤ ਕੋ ਬਾਂਛੇ। ਅਜੇ ਵੀ ਤੂੰ ਸੋਚਦੀ ਆ ਵੀ ਜਿਉਂਦੇ ਹੋ ਜਾਣਗੇ, ਵਾਪਸ ਆ ਜਾਣਗੇ। ਕਿੱਥੋਂ ਆਉਣਾ ਵਾਪਸ ਉਹਨਾਂ ਨੇ? ਉਹ ਤਾਂ ਕਦੋਂ ਦੇ ਜਾ ਚੁੱਕੇ ਨੇ। 8 ਪਹਿਰ ਬੀਤੇ ਤਨ ਤਿਆਗੇ। ਬਾਬਾ ਜੀ ਨੂੰ ਚਲਾਣਾ ਕੀਤੇ 8 ਪਹਿਰ ਹੋ ਗਏ ਨੇ, ਤੇ 8 ਪਹਿਰਾਂ 'ਚ ਜੇ ਜਿਉਂਦੇ ਨਹੀਂ ਹੋਏ, ਵਾਪਸ ਨਹੀਂ ਆਏ, ਤੇ ਹੋਰ ਕਦੋਂ ਆਉਣਗੇ? ਅਬ ਦੁਰਗੰਧਤ ਹੋਵਨ ਲਾਗੇ। ਹੁਣ ਤਾਂ ਸਰੀਰ 'ਚੋਂ ਬਦਬੂ ਆਣੀ ਸ਼ੁਰੂ ਹੋ ਜਾਣੀ ਹੈ। ਜੇ ਆਪਾਂ ਅੱਜ ਸੰਸਕਾਰ ਨਾ ਕੀਤਾ ਤਾਂ ਇੱਥੇ ਡੇਰੇ ਵਿੱਚ ਸਾਰੇ ਬਿਮਾਰੀ ਫੈਲੇਗੀ, ਉਹਨਾਂ ਦੇ ਸਰੀਰ ਦੀ ਦੁਰਗੰਧੀ ਫੈਲੇਗੀ। ਇਸ ਕਰਕੇ ਹੁਣ ਸਾਨੂੰ ਬਾਬਾ ਜੀ ਦਾ ਸੰਸਕਾਰ ਕਰ ਲੈਣ ਦੇ। ਕਿਉਂ ਸੰਸਕਾਰ ਨਾ ਦੇਤ ਸਰੀਰ। ਹੇ ਮਾਤਾ, ਤੂੰ ਸਾਨੂੰ ਬਾਬਾ ਜੀ ਦੇ ਸੰਸਕਾਰ ਦੀ ਆਗਿਆ ਕਿਉਂ ਨਹੀਂ ਦਿੰਦੀ? ਕਿਉਂ ਨਹੀਂ ਸੰਸਕਾਰ ਕਰਨ ਦਿੰਦੀ? ਕਹਾਂ ਕਹੇ ਪਰ ਬਾਂਧਤ ਤੀਰ। ਬਾਬੇ ਜੀ ਦੇ ਕਹੇ ਤੇ ਕਾਹਦਾ ਹੌਸਲਾ ਬੰਨੀ ਬੈਠੀ ਆ? ਹੁਣ ਕੋਈ ਵਾਪਸ ਆ ਜਾਣਾ ਉਹਨਾਂ ਨੇ? ਜੇ ਕੱਲ ਸਵੇਰ ਦੇ ਗਏ, ਅੱਜ ਦਿਨ ਚੜ ਗਿਆ ਦੂਜਾ, 8 ਪਹਿਰ ਵੀ ਟੱਪ ਗਏ ਨੇ, ਅਜੇ ਤੱਕ ਕੋਈ ਉਹਨਾਂ ਨੇ ਹਰਕਤ ਨਹੀਂ ਕੀਤੀ, ਕੋਈ ਅੰਦਰੋਂ ਬੋਲੇ ਨਹੀਂ, ਆਵਾਜ਼ ਨਹੀਂ ਆਈ, ਕੋਈ ਹਿੱਲੇ ਜੁਲੇ ਨਹੀਂ, ਤੇ ਇਹਦਾ ਮਤਲਬ ਹੈ ਵੀ ਚਲਾਣਾ ਕਰ ਚੁੱਕੇ ਨੇ। ਤੇ ਮਾਤਾ, ਹੁਣ ਤੂੰ ਸਾਨੂੰ ਬਾਬਾ ਜੀ ਦਾ ਸੰਸਕਾਰ ਕਰਨ ਦੀ ਆਗਿਆ ਦੇ ਦੇ। ਜਿਮ ਭਾਖੀ ਸੋ ਭੇਵ ਨਾ ਜਾਣ ਹੈ। ਜਿਵੇਂ ਬਾਬੇ ਰਾਮ ਰਾਏ ਜੀ ਤੁਹਾਨੂੰ ਕਹਿ ਗਏ ਨੇ, ਤੁਸੀਂ ਉਹਦਾ ਭੇਦ ਨਹੀਂ ਸਮਝਿਆ, ਤੁਸੀਂ ਗੱਲ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਸਕੇ। ਉਹਨਾਂ ਦੇ ਕਹਿਣ ਦਾ ਇਹ ਮਤਲਬ ਸੀ ਵੀ ਅਸੀਂ ਹੁਣ ਚੱਲੇ ਆਂ, ਉਦਾਂ ਹੀ ਤੁਹਾਡੇ ਅੰਗ ਸੰਗ ਰਵਾਂਗੇ, ਪਰ ਹੁਣ ਸਰੀਰ ਕਰਕੇ ਨਹੀਂ ਮਿਲਣਾ। ਤੇ ਮਾਤਾ, ਤੂੰ ਸਮਝ ਗਈ ਐ ਵੀ ਬਾਬਾ ਜੀ ਵਾਪਸ ਆਉਣਗੇ। ਏਦਾਂ ਨਾ ਸੋਚ ਤੇ ਸਾਨੂੰ ਸੰਸਕਾਰ ਕਰਨ ਦੀ ਆਗਿਆ ਦੇ ਦੇ। ਨਾਹਕ ਬੈਠੀ ਹੱਠ ਕੋ ਠਨ ਹੈ। ਕਿਉਂ ਮਾਤਾ ਬਿਨਾਂ ਮਤਲਬ ਦੇ ਹੱਠ ਕਰੀ ਬੈਠੀ ਐ? ਹੁਣ ਤੇਰੇ ਹੱਠ ਨਾਲ ਕੁਝ ਨਹੀਂ ਹੋਣਾ। ਹੁਣ ਬਾਬੇ ਰਾਮ ਰਾਏ ਜੀ ਹੋਰਾਂ ਨੇ ਵਾਪਸ ਨਹੀਂ ਆਉਣਾ। ਹਾਂਜੀ, ਸੁਨ ਪੰਜਾਬ ਕੁਬਰ ਪੁਨ ਕਹੀ। ਇਹ ਸੁਣ ਕੇ ਮਾਤਾ ਪੰਜਾਬ ਕੌਰ ਜੀ ਕਹਿਣ ਲੱਗੇ, ਤਨ ਤਜ ਬੇਗਤ ਕੁਛ ਨਹ ਲਹੀ। ਦੇਖੋ ਮਸੰਦੋ, ਸਰੀਰ ਛੱਡਣ ਦਾ ਕੋਈ ਹਾਲਾਤ ਨਹੀਂ ਸੀ, ਕੋਈ ਉਹਨਾਂ ਨੂੰ ਬਿਮਾਰੀ ਨਹੀਂ ਸੀ, ਕੋਈ ਤਕਲੀਫ ਨਹੀਂ ਸੀ, ਕੋਈ ਦਰਦ ਨਹੀਂ ਸੀ, ਕੋਈ ਹੋਰ ਕੋਈ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨੀ ਨਹੀਂ ਸੀ ਵੀ ਉਹ ਸਰੀਰ ਛੱਡ ਜਾਣਗੇ। ਬਲਕਿ ਹੱਸੂ ਹੱਸੂ ਖੇਡਦੇ, ਮੇਰੇ ਨਾਲ ਬਚਨ ਵਿਲਾਸ ਕਰਦੇ, ਮੈਨੂੰ ਇਹ ਕਹਿ ਕੇ ਵੀ ਪੰਜਾਬ ਕੌਰ ਸਾਡਾ ਸਰੀਰ ਪਿਆ ਹੈ, ਅਸੀਂ ਆ ਜਾਵਾਂਗੇ, ਸਿੱਖ ਦੀ ਸਹਾਇਤਾ ਕਰਨ ਚੱਲੇ ਆ, ਸਾਡੇ ਸਰੀਰ ਨੂੰ ਕੋਈ ਹੱਥ ਨਾ ਲਾਵੇ। ਇਸ ਕਰਕੇ ਉਹਨਾਂ ਨੇ ਕੁੰਡੀ ਲਵਾ ਲਈ, ਅੰਦਰ ਆਸਣ ਲਾ ਲਿਆ। ਆਉਣਗੇ, ਮੇਰਾ ਵਿਸ਼ਵਾਸ ਹੈ, ਜੋ ਮੈਨੂੰ ਕਹਿ ਕੇ ਗਏ ਨੇ। ਕਦੀ ਐਦਾਂ ਹੋ ਨਹੀਂ ਸਕਦਾ ਕਿ ਬਾਬਾ ਰਾਮ ਰਾਏ ਜੀ ਕਹਿ ਕੇ ਜਾਣ ਤੇ ਆਉਣ ਨਾ। ਤੁਸੀਂ ਵਿਸ਼ਵਾਸ ਨਹੀਂ ਕਰਦੇ, ਮੈਂ ਤਾਂ ਉਹਨਾਂ ਦੇ ਬਚਨਾਂ ਤੇ ਭਰੋਸਾ ਰੱਖਦੀ ਹਾਂ। ਜੁਤ ਉਤਸਾਹ ਧੀਰ ਕੇ ਸਾਥ। ਹਾਂ, ਬੜੇ ਉਤਸ਼ਾਹ ਨਾਲ, ਬੜੇ ਧੀਰਜ ਨਾਲ। ਆਛੀ ਰੀਤ ਕਹਿਓ ਬਚਨਾਥ। ਉਹ ਮੈਨੂੰ ਕਹਿ ਕੇ ਗਏ ਨੇ ਨਹਿ ਕਿ ਵਾਰ ਕਿਮ ਖੋਲਣ ਕਰੀਐ। ਕਿ ਕਿਸੇ ਵੀ ਹਾਲਤ ਵਿੱਚ ਸਾਡੀ ਕੋਠੜੀ ਦਾ ਦਰਵਾਜ਼ਾ ਨਹੀਂ ਖੋਲਣਾ। ਗੁਰ ਦੇਸ਼ ਤੇ ਡਰ ਉਰ ਮਹਿ ਧਰੀਐ। ਇਸ ਕਰਕੇ ਤੁਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਮੰਨੋ, ਗੁਰੂ ਦਾ ਡਰ ਮਨ 'ਚ ਰੱਖੋ, ਤੇ ਇਹ ਜਿਹੜੀ ਗੁਸਤਾਖੀ ਤੁਸੀਂ ਕਰਨ ਲੱਗੇ ਹੋ, ਇਹ ਨਾ ਸੋਚੋ। ਬਾਬਾ ਜੀ ਦਾ ਸੰਸਕਾਰ ਨਾ ਕਰੋ, ਨਾਹੇ ਤਾਂ ਸਰਾਪ ਦਹੇਂਗੇ ਭਾਰੇ। ਨਹੀਂ ਤਾਂ ਜੇ ਆ ਗਏ ਤਾਂ ਕੋਈ ਭਾਰੀ ਸਰਾਪ ਦੇ ਕੇ ਜਾਣ। ਜੇ ਤੁਸੀਂ ਉਹਨਾਂ ਦੇ ਸਰੀਰ ਨੂੰ ਹੱਥ ਲਾ ਦਿੱਤਾ ਤੇ ਉਹ ਆ ਗਏ, ਤੇ ਉਹ ਫਿਰ ਗੁੱਸੇ ਵਿੱਚ ਕੋਈ ਐਸਾ ਬਚਨ ਛੱਡ ਦੇਣਗੇ ਕਿ ਤੁਹਾਡੀਆਂ ਜੜ੍ਹਾਂ ਪੁੱਟ ਦੇਣਗੇ ਉਹ। ਹਾਂਜੀ, ਲਖ ਹੈ ਅਵਗਿਆ ਜਰ ਹੈ ਉਖਾਰੇ। ਜਦੋਂ ਤੁਸੀਂ ਕੋਈ ਗਲਤੀ ਕਰੋਗੇ, ਕੋਈ ਅਵਗਿਆ ਕਰੋਗੇ, ਤੇ ਤੁਹਾਡੀਆਂ ਜੜ੍ਹਾਂ ਪੁੱਟ ਦੇਣਗੇ, ਕਿਉਂਕਿ ਉਹਨਾਂ ਦਾ ਅੱਧਾ ਬੋਲ ਹੀ ਬੜਾ ਕੰਮ ਕਰ ਦਿੰਦਾ ਹੈ। ਨੀਠ ਨੀਠ ਇਮ ਬਰਜ ਹਟਾਏ। ਇਸ ਤਰ੍ਹਾਂ ਮਾਤਾ ਪੰਜਾਬ ਕੌਰ ਨੇ ਬੜੀ ਮਿੰਨਤਾਂ ਤਰਲੇ ਕਰਕੇ ਇਹਨਾਂ ਨੂੰ ਦਬਕੇ ਵੀ ਮਾਰੇ, ਟਰਾਇਆ ਵੀ, ਮਸੰਦਾਂ ਨੂੰ ਹਟਾ ਦਿੱਤਾ, ਸੰਸਕਾਰ ਤੋਂ ਰੋਕ ਦਿੱਤਾ। ਚਾਹਤ ਚਿਤ ਅਬ ਦੇਹ ਜਰਾਏ। ਪਰ ਮਸੰਦ ਤੇ ਬਾਰ-ਬਾਰ ਉਹਨਾਂ ਤੋਂ ਇੱਕੋ ਹੀ ਸੀ ਵੀ ਸੰਸਕਾਰ ਕਰੀਏ, ਛੇਤੀ ਕਰੀਏ, ਸੰਸਕਾਰ ਕਰੀਏ। ਤੇ ਉਹਦੇ ਵਿੱਚ ਸਾਧ ਸੰਗਤ ਜੀ ਕਾਰਨ ਇਹ ਵੀ ਸੀ ਵੀ ਬਾਬੇ ਦੇ ਡੇਰੇ ਨੂੰ ਆਪਾਂ ਹੁਣ ਵੰਡੀਏ। ਮੇਨ ਪਾਵਰ ਜਿਹੜੀ ਪ੍ਰਾਪਰਟੀ ਸੀ ਨਾ, ਉੱਥੇ ਲੱਖਾਂ ਕਰੋੜਾਂ ਦੀ ਪ੍ਰਾਪਰਟੀ ਸੀ, ਬਹੁਤ ਜ਼ਿਆਦਾ ਸੀ।
ਵੀ ਇਹਦੇ ਆਪਾਂ ਹੁਣ ਮਾਲਕ ਬਣੀਏ। ਜਿਹੜੇ ਇਹੋ ਜਿਹੇ ਬੰਦੇ ਸਨ ਉਹ ਬਾਬਾ ਜੀ ਨੂੰ ਛੇਤੀ ਪਾਰ ਲੰਘਾਉਣਾ ਚਾਹੁੰਦੇ ਸਨ, ਤੇ ਪਰ ਮਾਈ ਪੰਜਾਬ ਕੌਰ ਨੂੰ ਤਾਂ ਪਤਾ ਸੀ ਵੀ ਉਹ ਬਚਨ ਕਰਕੇ ਗਏ ਨੇ, ਆ ਜਾਣਗੇ। ਇਸ ਕਰਕੇ ਇਹਨਾਂ ਦਾ ਦੂਜੇ ਦਿਨ ਵੀ ਇਹ ਸਾਰਾ ਦਿਨ ਝਗੜਾ ਚੱਲਦਾ ਰਿਹਾ। ਰੌਰਾ ਕਰਤ ਰਹੇ ਦਿਨ ਸਾਰੇ, ਸਾਰਾ ਦਿਨ ਰੌਲਾ ਪੈਂਦਾ ਰਿਹਾ। ਮਸੰਦ ਬਾਰ-ਬਾਰ ਕਹਿੰਦੇ ਰਹੇ ਮਾਤਾ ਜੀ ਜਿੱਦ ਨਾ ਕਰੋ, ਸੰਸਕਾਰ ਕਰਨ ਦਿਓ, ਤੇ ਮਾਤਾ ਬਾਰ-ਬਾਰ ਕਹਿੰਦੀ ਰਹੀ ਵੀ ਤੁਸੀਂ ਜਿੱਦ ਨਾ ਕਰੋ, ਬਾਬਾ ਜੀ ਨੇ ਆ ਜਾਣਾ। ਇਹ ਝਗੜਾ ਜਿਹੜਾ ਨਾ ਦੂਜਾ ਦਿਨ ਵੀ ਸਾਰਾ ਦਿਨ ਲੰਘ ਗਿਆ। ਪਰੀ ਜਾਮਨੀ ਤੇ ਮਰ ਪਸਾਰੇ, ਦੂਜੀ ਰਾਤ ਆ ਗਈ, ਦੂਜੀ ਰਾਤ ਦਾ ਹਨੇਰਾ ਪਸਰ ਗਿਆ। ਮਿਲ ਮਸੰਦ ਤਪ ਮਤਾ ਪਕਾਏ, ਤਾਂ ਫਿਰ ਮਸੰਦਾਂ ਨੇ ਆਪਸ ਵਿੱਚ ਸਲਾਹ ਕਰ ਲਈ, ਪੱਕਾ ਇਰਾਦਾ ਕਰ ਲਿਆ। ਅਬ ਨਹਿ ਮਿਟਹੁ ਜੇ ਕਿਮ ਹੋ ਹਟਾਏ, ਕਹਿੰਦੇ ਹੁਣ ਆਪਾਂ ਮਾਤਾ ਦੀ ਨਹੀਂ ਸੁਣਨੀ, ਹੁਣ ਨਹੀਂ ਮੰਨਣਾ, ਹੁਣ ਜਿੰਨਾ ਮਰਜ਼ੀ ਕੋਈ ਰੋਕੀ ਜਾਵੇ ਆਪਾਂ ਨਹੀਂ ਰੁਕਣਾ। ਹੁਣ ਹੋਤ ਪ੍ਰਾਤ ਕੇ ਦੇਹੋ ਸੰਸਕਾਰ, ਸਵੇਰ ਹੁੰਦਿਆਂ ਸਾਰ ਬਾਬਾ ਜੀ ਦਾ ਸੰਸਕਾਰ ਕਰੀਏ, ਕੀਜਹ ਜਥਾ ਜੋਗ ਸਭ ਕਾਰ, ਤੇ ਜਥਾ ਜੋਗ ਜਿਹੜਾ ਕੰਮ ਆਪਾਂ ਪੂਜਾ ਪਾਠ ਕਰਾਣਾ ਬਾਬਾ ਜੀ ਦਾ ਉਹ ਕਰਾਈਏ, ਤੇ ਉਹਨਾਂ ਦੀ ਕਿਰਿਆ ਪੂਰੀ ਹੋਵੇ। ਹਾਂਜੀ, ਕਰ ਮਸਲਤ ਇਮਨਿਸ ਮਹਿ ਸੋਏ, ਇਹਦਾ ਸਲਾਹ ਕਰਕੇ ਸਾਰੇ ਮਸੰਦ ਸੌਂ ਗਏ ਰਾਤ ਨੂੰ। ਉਠੇ ਪ੍ਰਾਤ ਅਰਨੋਦੈ ਹੋਏ, ਸਵੇਰੇ ਅੰਮ੍ਰਿਤ ਵੇਲੇ ਉੱਠੇ, ਅਜੇ ਸੂਰਜ ਚੜ੍ਹਨ ਵਾਲਾ ਸੀ, ਸੂਰਜ ਚੜ੍ਹਿਆ ਨਹੀਂ ਸੀ। ਤਤ ਛਿਨ ਤੋਰ ਕੇ ਵਾਰ ਉਗਾਰੇ, ਇਹਨਾਂ ਨੇ ਬਾਬੇ ਰਾਮ ਰਾਏ ਜੀ ਵਾਲੀ ਕੋਠੜੀ ਦਾ ਬੂਹਾ ਭੰਨ ਲਿਆ, ਦਰਵਾਜ਼ਾ ਤੋੜ ਕੇ ਤੇ ਅੰਦਰ ਵੜ ਗਏ। ਸਹਜਾ ਉਪਰ ਪਰੇ ਨਿਹਾਰੇ, ਜਾ ਕੇ ਦੇਖਿਆ ਕਿ ਬਾਬਾ ਰਾਮ ਰਾਏ ਜੀ ਸਹਿਜਾ ਦੇ ਉੱਤੇ ਭੂਮੀ ਆਸਣ ਹੋ ਕੇ ਪਏ ਹਨ, ਸੁਖ ਆਸਣ ਦੇ ਵਿੱਚ ਬਿਲਕੁਲ ਸਿੱਧੇ ਪੈਰ ਕਰਕੇ, ਕਿਉਂਕਿ ਜਦੋਂ ਇਹ ਪ੍ਰਾਣ ਵਾਯੂ ਚੜਾਉਂਦੇ ਹਨ ਨਾ ਉਸ ਵੇਲੇ ਵੀ ਸਾਧਨਾ ਆਸਣ ਵੀ ਹੁੰਦੇ ਹਨ, ਤੇ ਉਹਦੇ ਤਰੀਕੇ ਨਾਲ ਬਾਬਾ ਜੀ ਪਏ ਸਨ ਤੇ ਆਪਣੇ ਸੇਵਕ ਦੀ ਸਹਾਇਤਾ ਕਿਤੇ ਦੂਰ ਦੇਸ਼ ਵਿੱਚ ਕਰਨ ਗਏ ਸਨ। ਕਹਿ ਪੰਜਾਬ ਕੁਵਰ ਬਹੁ ਰਹੀ, ਮਾਤਾ ਪੰਜਾਬ ਕੌਰ ਕਹਿੰਦੀ ਰਹਿ ਗਈ ਵੀ ਦਰਵਾਜ਼ਾ ਨਾ ਭੰਨੋ, ਬੂਹਾ ਨਾ ਖੋਲੋ, ਇਹ ਗਲਤੀ ਨਾ ਕਰੋ, ਰੋਕਦੀ ਰਹੀ, ਹਾਲ ਪਹਾਰਿਆ ਕਰਦੀ ਰਹੀ। ਗਰਬਤ ਮੂਢਨ ਮਾਨੀ ਨਹੀਂ, ਪਰ ਹੰਕਾਰੀਆਂ ਨੇ, ਮਸੰਦਾਂ ਨੇ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ, ਆਪਣੀ ਗੁਰੂ ਮਾਤਾ ਦੀ ਗੱਲ ਨਹੀਂ ਮੰਨੀ, ਮਿਲ ਸਭ ਹਿਨ ਤਨ ਲੀਨ ਉਚਾਈ, ਤੇ ਸਾਰਿਆਂ ਨੇ ਰਲ ਕੇ ਬਾਬੇ ਜੀ ਦਾ ਸਰੀਰ ਚੁੱਕ ਲਿਆ, ਸੰਸਕਾਰਨ ਤਿਆਰੀ ਕਰਵਾਈ, ਤੇ ਸੰਸਕਾਰ ਦੀ ਤਿਆਰੀ ਵੀ ਹੋ ਗਈ। ਸੰਸਕਾਰ ਦੀ ਤਿਆਰੀ ਇਹਨਾਂ ਨੇ ਫਟਾਫਟ ਪਹਿਲਾਂ ਹੀ ਸੋਚੀ ਬੈਠੇ ਸੀਗੇ ਮਸੰਦ, ਇਹਨਾਂ ਨੇ ਕਰ ਲਈ। ਆਦ ਪੰਜਾਬ ਕੋਇਰ ਰੁਦਨਾਵੈ, ਮਾਈ ਪੰਜਾਬ ਕੌਰ ਬੜਾ ਰੋਂਦੀ ਕੁਰਲਾਂਦੀ ਵੀ ਤੁਸੀਂ ਬਹੁਤ ਗਲਤ ਕੰਮ ਕਰਨ ਲੱਗੇ ਹੋ, ਬਾਬਾ ਜੀ ਦਾ ਤੁਸੀਂ ਖੂਨ ਕਰਨ ਲੱਗੇ ਹੋ, ਜਿਉਂਦਿਆਂ ਨੂੰ ਸਾੜਨ ਲੱਗੇ ਹੋ। ਦੇਖ ਦੇਖ ਬੜ ਸ਼ੋਕ ਵਧਾਵੈ, ਬੜੀ ਰੋਂਦੀ ਕੁਰਲਾਂਦੀ ਹੈ ਪੰਜਾਬ ਕੌਰ। ਦਿਨ ਕਰ ਚੜਿਓ ਵਿਮਾਨ ਬਣਾਇਓ, ਸੂਰਜ ਚੜਿਆ ਤੇ ਇਹਨਾਂ ਨੇ ਬਾਬਾ ਜੀ ਦਾ ਵਿਮਾਨ ਸਜਾ ਲਿਆ, ਬੜੇ ਸੋਹਣੇ ਫੁੱਲ ਹਾਰ ਪਾ ਕੇ ਵਿਮਾਨ ਤਿਆਰ ਕਰ ਲਿਆ। ਅਧਿਕ ਦਰਬ ਤੇ ਉੱਪਰ ਲਾਇਓ, ਬਹੁਤ ਮਾਇਆ ਖਰਚ ਕੀਤੀ ਵਿਮਾਨ ਦੇ ਉੱਤੇ, ਮਹਿੰਗਾ ਵਿਮਾਨ ਸਜਾਇਆ। ਦਾਸ ਮਸੰਦ ਸਿੱਖ ਸਮੁਦਾਏ, ਸਿੱਖ ਸੰਗਤਾਂ ਜਾਂ ਸਾਰੀਆਂ ਦੂਰੋਂ ਨੇੜਿਓਂ ਬੁਲਾ ਲਈਆਂ, ਮਸੰਦ ਇਕੱਠੇ ਹੋ ਗਏ, ਦੇਹਰਾਦੂਨ ਦਾ ਸਾਰਾ ਇਲਾਕਾ ਇਕੱਠਾ ਕਰ ਲਿਆ। ਸੁਨ ਸੁਨ ਜਿਤ ਕਿਤ ਤੇ ਸਭ ਆਏ, ਜਦੋਂ ਜਿਹਨੂੰ ਪਤਾ ਲੱਗਾ ਦੌੜੇ ਆਏ ਉਹਨਾਂ ਦੇ ਸੇਵਕ ਸਾਰੇ ਹੀ। ਫੂਲਨ ਮਾਲਾ ਚੰਦਨ ਆਨਿਓ, ਫੁੱਲਾਂ ਦੇ ਹਾਰ ਲਿਆਏ, ਚੰਦਨ ਦੀ ਲੱਕੜੀ ਲਿਆਏ, ਸ਼ਬਦ ਕੀਰਤਨ ਮਿਲਤ ਬਖਾਨਿਓ, ਔਰ ਗੁਰਬਾਣੀ ਦੇ ਸ਼ਬਦ ਕੀਰਤਨ ਕਰਦਿਆਂ ਹੋਇਆਂ ਨੇ, ਵੈਰਾਗਮਈ ਬਾਣੀ ਪੜ੍ਹਦਿਆਂ ਹੋਇਆਂ ਬਾਬੇ ਜੀ ਦਾ ਸੰਸਕਾਰ ਦੇਹਰਾਦੂਨ ਵਿਖੇ ਕਰ ਦਿੱਤਾ। ਕੇਤਕ ਰੋਦਤ ਸ਼ੋਕ ਵਧਾਵ ਹੈ, ਕਈ ਜਿਹੜੇ ਉਹਨਾਂ ਦੇ ਪ੍ਰੇਮੀ ਸਨ ਰੋਂਦੇ ਸਨ, ਸ਼ੋਕ ਕਰਦੇ ਸਨ, ਕਿਉਂਕਿ ਬਾਬਾ ਰਾਮ ਰਾਏ ਜੀ ਪਿਆਰ ਵਾਲੀ ਸ਼ਖਸੀਅਤ ਸਨ। ਜਿੱਥੋਂ ਤੱਕ ਉਹਨਾਂ ਦਾ ਇਤਿਹਾਸ ਪੜ੍ਹਿਆ, ਹੋਰ ਵੀ ਗ੍ਰੰਥਾਂ 'ਚੋਂ ਮਿਲਦਾ, ਇੱਕ ਭੁੱਲ ਉਹਨਾਂ ਕੋਲੋਂ ਹੋਈ ਹੈ ਜਿਹੜੀ ਉਹਨਾਂ ਨੇ ਬਾਦਸ਼ਾਹ ਨੂੰ ਖੁਸ਼ਾਮਦ ਕਰਨ ਦੇ ਲਈ ਗੁਰਬਾਣੀ ਦੀ ਤੁਕ ਉਲਟਾ ਦਿੱਤੀ। ਉਸ ਤੋਂ ਬਿਨਾਂ ਉਹਨਾਂ ਦੀ ਜਿਹੜੀ ਲਾਈਫ ਸੀਗੀ ਬਾਣੀ ਪੜ੍ਹਨ ਦੇ ਪੱਖ ਤੋਂ, ਜਪ ਤਪ ਤੋਂ, ਸੇਵਾ ਤੋਂ, ਪਿਤਾ ਜੀ ਦੇ ਨਾਲ ਪ੍ਰੇਮ, ਮਹਾਰਾਜ ਨੂੰ ਮਿਲਣ ਵੀ ਆਏ ਸੀਗੇ। ਜਦੋਂ ਮਹਾਰਾਜ ਨੇ ਕਿਹਾ ਨਾ ਸਾਡੇ ਮੱਥੇ ਨਾ ਲੱਗੇ, ਤੇ ਦਿੱਲੀੋਂ ਭੱਠਾ ਸਾਹਿਬ ਹੈ ਜਿੱਥੇ, ਉੱਥੇ ਤੱਕ ਆਏ ਸੀ। ਉੱਥੋਂ ਕਹਿੰਦੇ ਫਿਰ ਆਪਣਾ ਸੇਵਕ ਭੇਜਿਆ ਵੀ ਜਾਓ ਮਹਾਰਾਜ ਨੂੰ ਪੁੱਛੋ ਸਤਿਗੁਰੂ ਜੀ ਨੂੰ ਸਾਡੇ ਵਾਸਤੇ ਕੀ ਹੁਕਮ ਹੈ। ਤੇ ਜਦੋਂ ਸੇਵਕ ਉੱਥੇ ਗਿਆ ਤੇ ਮਹਾਰਾਜ ਸਤਵੇਂ ਪਾਤਸ਼ਾਹ ਨੂੰ ਪੁੱਛਿਆ, ਬਾਬਾ ਜੀ ਆਏ ਨੇ, ਪੁੱਛਦੇ ਨੇ ਵੀ ਕੀ ਹੁਕਮ ਹੈ। ਸਤਿਗੁਰੂ ਕਹਿੰਦੇ ਜਿੱਧਰ ਉਹਨਾਂ ਦਾ ਮੂੰਹ ਹੈ ਉਧਰ ਚਲੇ ਜਾਣ,
ਤੇ ਉਹ ਸੇਵਕ ਜਦੋਂ ਵਾਪਸ ਆਇਆ ਤੇ ਬਾਬੇ ਰਾਮ ਰਾਏ ਜੀ ਖੜੇ ਸੀਗੇ, ਉਡੀਕ ਰਹੇ ਸੀ। ਉਹਨਾਂ ਦਾ ਮੂੰਹ ਲਾਹੌਰ ਵੱਲ ਸੀ ਤੇ ਉਹਨਾਂ ਨੂੰ ਜਦੋਂ ਸੇਵਕ ਨੇ ਦੱਸਿਆ ਵੀ ਆਹ ਬਚਨ ਹੋਇਆ, ਉਹ ਲਾਹੌਰ ਨੂੰ ਹੀ ਚਲੇ ਗਏ। ਇਹਦਾ ਮਤਲਬ ਵੀ ਕੁਛ ਨਾ ਕੁਛ ਜਿਹੜੀ ਅੰਦਰ ਹੁਕਮ ਮੰਨਣ ਦੀ ਵੀ ਗੱਲ ਸੀ, ਭੈ ਵੀ ਸੀ। ਤੇ ਲਾਹੌਰ ਗਏ, ਉੱਥੋਂ ਲਾਹੌਰ ਦੀਆਂ ਸੰਗਤਾਂ ਨੇ ਸਤਿਕਾਰ ਕੀਤਾ ਬਹੁਤ ਜ਼ਿਆਦਾ ਤੇ ਉਹਦੇ ਵਿੱਚ ਵੀ ਸੰਗਤ ਨੂੰ ਦੁਬਦਾ ਪੈ ਗਈ। ਕਹਿੰਦੇ ਵੀ ਮਹਾਰਾਜ ਨੇ ਕਿਹਾ ਵੀ ਕੌਡੀ ਦੰਬੜੀ ਨਹੀਂ ਮੱਥਾ ਟੇਕਣੀ ਰਾਮ ਰਾਏ ਨੂੰ। ਲਾਹੌਰ ਦੇ ਸਿੱਖ ਕਹਿੰਦੇ ਵੀ ਕੌਡੀ ਦੰਬੜੀ ਨਹੀਂ ਟੇਕਣੀ, ਸੋਨੇ ਦੀਆਂ ਮੋਹਰਾਂ ਤੇ ਟੇਕ ਸਕਦੇ ਆ, ਗੁਰੂ ਦਾ ਪੁੱਤਰ ਹੈ, ਸਤਿਕਾਰ ਤਾਂ ਕਰ ਦਈਏ। ਇਦਾਂ ਦੇ ਬਚਨ ਆਉਂਦੇ ਇਤਿਹਾਸ ਵਿੱਚ। ਸੋ ਬਾਬਾ ਰਾਮ ਰਾਏ ਜੀ ਲੋਕਾਂ ਨਾਲ ਪ੍ਰੇਮ ਵੀ ਬਹੁਤ ਰੱਖਦੇ ਸਨ। ਇਸੇ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਦੇ ਨਾਲ ਵੀ ਨੇੜਤਾ ਬਣਾ ਲਈ ਵੀ ਮੈਂ ਆਪਣੇ ਜੀਵਨ ਜੋ ਵੀ ਮੇਰੇ ਤੋਂ ਚੰਗਾ ਮਾੜਾ ਭੁੱਲਾਂ ਹੋਈਆਂ ਉਹ ਮਹਾਰਾਜ ਪਿੱਛੇ ਨਾ ਚਿਤਾਰੋ ਤੇ ਮੇਰੇ ਤੋਂ ਬਾਅਦ ਮੇਰੇ ਡੇਰੇ ਦਾ ਖਿਆਲ ਰੱਖਿਆ ਜੀ। ਇਹ ਬਚਨ ਕਰਕੇ ਗਏ। ਤਾਂ ਹੁਣ ਜਦੋਂ ਚੜ੍ਹਾਈ ਕਰ ਗਏ ਨੇ ਤਾਂ ਉਹਨਾਂ ਦੀਆਂ ਸੰਗਤਾਂ ਜਿਹੜੀਆਂ ਹਨ ਉਹ ਬਹੁਤ ਜ਼ਿਆਦਾ ਬੈਰਾਗ ਕਰ ਰਹੀਆਂ ਹਨ। ਗਨ ਧਨਵਾਨ ਮਸੰਦ ਅਲਾਵ ਹੈ। ਬੜੇ ਬੜੇ ਧਨਵਾਨ ਅਮੀਰ ਲੋਕ ਵੀ ਉਹਨਾਂ ਦੇ ਸੇਵਕ ਹਨ, ਮਸੰਦ ਵੀ ਬੜੇ ਧਨੀ ਹਨ। ਪਿਖੋ ਪੰਜਾਬ ਕੋਈ ਰਕਿਆ ਕੀਨ। ਤੇ ਮਸੰਦ ਕੀ ਗੱਲਾਂ ਕਰਦੇ, ਹੁਣ ਮਾਈ ਪੰਜਾਬ ਕੌਰ ਦੇ ਉਲਟ ਬੋਲਣ ਲੱਗ ਪਏ। ਉਹਨਾਂ ਦੀ ਚੱਲ ਜੋ ਗਈ, ਸੰਸਕਾਰ ਜੋ ਕਰ ਲਿਆ ਮਹਾਰਾਜ ਬਾਬੇ ਰਾਮ ਰਾਏ ਹੋਰਾਂ ਦਾ। ਤੇ ਹੁਣ ਕਹਿੰਦੇ ਵੇਖੋ ਪੰਜਾਬ ਕੌਰ ਨੇ ਕੀ ਕੀਤਾ। ਕਹਿੰਦੇ 2 ਦਿਨ ਬਾਬਾ ਜੀ ਦਾ ਸਰੀਰ ਰੱਖ ਛੱਡਿਆ, ਬਾਬਾ ਜੀ ਦਾ ਸੰਸਕਾਰ ਨਹੀਂ ਸਾਨੂੰ ਕਰਨ ਦਿੱਤਾ। ਗੁਰ ਕੋ ਭੇਦ ਸਕੀਨ ਹੈ ਚੀਨ। ਇਹ ਗੁਰੂ ਦਾ ਭੇਦ ਨਹੀਂ ਜਾਣ ਸਕੀ। ਸਾਡੇ ਗੁਰੂ ਨੇ ਜੋ ਇਹਨੂੰ ਇਸ਼ਾਰਾ ਕੀਤਾ ਇਹ ਸਮਝ ਨਹੀਂ ਸਕੀ। ਹੋੜਸ ਜਾਮ ਰਹਿਓ ਤਨ ਖਾਲੀ। 16 ਪਹਿਰ ਬਾਬਾ ਦਾ ਸਰੀਰ ਪਿਆ ਰਿਹਾ। ਪਰਸੋਂ ਦੇ ਬਾਬਾ ਜੀ ਚੜ੍ਹਾਈ ਕੀਤੀ ਹੋਈ ਹੈ ਤੇ ਅੱਜ ਤੱਕ 16 ਪਹਿਰਾਂ ਵਿੱਚ ਸਰੀਰ ਨੂੰ ਜਾ ਕੇ ਸੇਵਾ ਨਹੀਂ ਕੀਤੀ, ਅੰਦਰ ਹੀ ਪਿਆ ਰਿਹਾ ਹੈ। ਸਸ ਕਾਰਨ ਕੀ ਕੀਨ ਨਾ ਚਾਲੀ। ਇਹ ਮਾਈ ਪੰਜਾਬ ਕੌਰ ਨੇ ਸਾਨੂੰ ਸੰਸਕਾਰ ਨਹੀਂ ਕਰਨ ਦਿੱਤਾ। ਜਿਹੜੇ ਮਸੰਦ ਚਾਹੁੰਦੇ ਸੀ ਨਾ ਵੀ ਮਾਈ ਨੂੰ ਵੀ ਮਾਈ ਦੀ ਜ਼ੁਬਾਨ ਬੰਦ ਕਰ ਦਈਏ ਵੀ ਇਹ ਨਾ ਬੋਲੇ ਤੇ ਆਪਣਾ ਹੀ ਕਬਜ਼ਾ ਰਵੇ, ਉਹਨਾਂ ਨੇ ਇਹ ਮੁੱਦਾ ਵੀ ਫਿਰ ਬੜਾ ਉਭਾਰਿਆ। ਦੇਖੋ ਮਾਈ ਪੰਜਾਬ ਕੌਰ ਨੇ ਕੀ ਕੀਤਾ, ਬਾਬੇ ਰਾਮ ਰਾਏ ਜੀ ਹੋਰੀ ਪਰਸੋਂ ਦੇ ਗੁਜਰੇ, ਸੰਸਕਾਰ ਨਹੀਂ ਕਰਨ ਦਿੱਤਾ ਸਾਨੂੰ। ਅਬ ਵੀ ਤਿਸ ਕੋ ਕਹਿਓ ਮਿਟਾਇਓ। ਕਹਿੰਦੇ ਹੁਣ ਵੀ ਆਪਾਂ ਜ਼ਬਰਦਸਤੀ ਕਰ ਲਿਆ, ਇਹਨੇ ਤੇ ਹੁਣ ਵੀ ਨਹੀਂ ਸੀ ਹੋਣ ਦੇਣਾ। ਆਪਾਂ ਕਰ ਲਿਆ, ਚੰਗਾ ਕੀਤਾ, ਬਾਬਾ ਜੀ ਦੀ ਸੇਵਾ ਕਰ ਲਈ ਆਪਾਂ, ਨਾਲੇ ਸਸ ਬਾਬੇ ਨੂੰ ਮਾਰਤਾ ਨਾਲੇ ਸੇਵਾ ਬਣਾਈ ਬੈਠੇ। ਕਹਿੰਦੇ ਅਸੀਂ ਸੇਵਾ ਕਰ ਲਈ, ਸੰਸਕਾਰ ਹੋ ਗਿਆ। ਇਹ ਤੇ ਮਾਈ ਤੇ ਅਜੇ ਵੀ ਨਹੀਂ ਸਾਨੂੰ ਨੇੜੇ ਲੱਗਣ ਦਿੰਦੀ। ਇਹਨੇ ਤੇ ਸੰਸਕਾਰ ਨਹੀਂ ਸੀ ਹੋਣ ਦੇਣਾ। ਬਾਬਾ ਜੀ ਦਾ ਸਰੀਰ ਪਤਾ ਨਹੀਂ ਕਿੰਨਾ ਚਿਰ ਪਿਆ ਰਹਿਣਾ ਸੀ। ਅੰਤਰ ਹੇਰ ਬਹਿਰ ਨਿਕਸਾਇਓ। ਅਸੀਂ ਤਾਂ ਵੇਖ ਲਿਆ, ਅੰਦਰ ਜਾ ਕੇ ਤੇ ਸਰੀਰ ਕੱਢ ਲਿਆ ਤੇ ਸੰਸਕਾਰ ਕਰ ਲਿਆ। ਬਿਨਾ ਸਵਾਸ ਤੇ ਪਰਿਓ ਸਰੀਰ। ਅਸੀਂ ਆਪ ਵੇਖਿਆ ਕੋਈ ਸਵਾਸ ਨਹੀਂ ਸੀ ਸਰੀਰ ਦੇ ਵਿੱਚ, ਸਰੀਰ ਸਵਾਸਾਂ ਤੋਂ ਬਿਨਾਂ ਪਿਆ ਸੀ। ਹਮਨੇ ਜਾਨ ਲੀਨ ਬਿਨ ਤੀਰ। ਅਸੀਂ ਬਿਨਾਂ ਦੇਰੀ ਦੇ ਸਮਝ ਗਏ ਵੀ ਇਹ ਤਾਂ ਚੜ੍ਹਾਈ ਕਰ ਗਏ ਨੇ, ਹੁਣ ਸੰਸਕਾਰ ਕਰੀਏ। ਕਹੇ ਪਰਸ ਪਰ ਤਿਆਰੀ ਠਨ ਹੈ। ਤੋ ਆਪਸ ਵਿੱਚ ਸਾਧ ਸੰਗਤ ਜੀ ਇਹ ਕਰਦੇ, ਤਿਆਰੀ ਕਰਦੇ ਨੇ। ਚੰਦਨ ਕਾਸ਼ਟ ਸੰਚ ਹੈ ਅੰਨ ਹੈ। ਚੰਦਨ ਦੀਆਂ ਲੱਕੜਾਂ ਤੇ ਹੋਰ ਸਾਜੋ ਸਮਾਨ ਸੰਸਕਾਰ ਦਾ ਇਕੱਠਾ ਕੀਤਾ। ਕੋਨ ਮਸੰਦ ਮਿਲ ਕੇ ਸਮੁਦਾਏ। ਫਿਰ ਸਾਰੇ ਮਸੰਦਾਂ ਨੇ ਰਲ ਕੇ ਹਿਤ ਇਸ਼ਨਾਨ ਕੇ ਜਲ ਸੁਚ ਲਿਆਏ। ਪਵਿੱਤਰ ਸੁੱਚਾ ਜਲ ਨਦੀ ਦਾ ਲਿਆਂਦਾ ਇਸ਼ਨਾਨ ਵਾਸਤੇ ਬਾਬਾ ਜੀ ਦੇ। ਉਤੇ ਮੁਖ ਤਨ ਤਿਨਹੁ ਉਠਾਇਓ। ਜਿਹੜੇ ਵਿੱਚੋਂ ਮੁਖੀ ਸਨ, ਜਿਵੇਂ ਭਾਈ ਗੁਰਦਾਸ ਬਹਿਲੋ ਬੰਸੀ, ਇਹ ਮੁਖੀ ਸੀਗਾ ਤੇ ਤਾਰਾ ਚੰਦ ਦਾ ਭਰਾ ਮੁਖੀ ਸੀਗਾ। ਇੱਕ ਪੰਮਾ ਕਰਕੇ ਹੁਣ ਵੀ ਉਹਦੀ ਔਲਾਦ ਉੱਥੇ ਦੇਹਰਾਦੂਨ ਉਹ ਹੀ ਸੇਵਾ ਕਰਦੇ ਮਸੰਦ। ਤੇ ਇੱਕ ਤਾਰੂ ਭਾਟੜਾ, ਇਹ ਭਾਟੜਿਆਂ ਦੀ ਬਰਾਦਰੀ ਉਹਦੇ ਵਿੱਚੋਂ ਸੀਗਾ। ਇਹ ਤਾਰੂ ਭਾਟੜਾ ਜਿਹੜਾ ਸੀ ਇਹ ਤਾਂ ਬਚ ਗਿਆ, 10ਵੇਂ ਪਾਤਸ਼ਾਹ ਨੂੰ ਪੌਂਟੇ ਸਾਹਿਬ ਦੱਸਣ ਗਿਆ ਸੀਗਾ ਵੀ ਮਹਾਰਾਜ ਏਦਾਂ ਏਦਾਂ ਬਾਬੇ ਰਾਮ ਰਾਏ ਨੂੰ ਜਿਉਂਦਾ ਸਾੜਦਾ। ਫਿਰ ਮਾਤਾ ਪੰਜਾਬ ਕੌਰ ਨੇ ਆਖਿਆ ਮਹਾਰਾਜ ਇਹਨੇ ਤੇ ਮਾੜੀ ਮੋਟੀ ਤੁਹਾਨੂੰ ਖਬਰ ਪਹੁੰਚਾਈ, ਇਹਨੂੰ ਛੱਡ ਦਿਓ। ਬਾਕੀ ਕਈ ਜਿਹੜੇ ਸਨ ਭਾਈ ਗੁਰਦਾਸ ਵਰਗੇ ਉਹ ਵੀ ਸ਼ਰਨੀ ਪੈ ਗਏ ਵੀ ਮਹਾਰਾਜ ਅਸੀਂ ਤੇ ਤੁਹਾਡੇ ਹੀ ਆ, ਗੁਰੂ ਅਰਜਨ ਸਾਹਿਬ ਦੀ ਕਿਰਪਾ ਨਾਲ ਉਹ ਵੀ ਘਰ ਤੁਹਾਡਾ, ਇਹ ਵੀ ਘਰ ਤੁਹਾਡਾ। ਬਾਕੀ ਜਿਹੜੇ ਬਹੁਤੇ ਜਿਨ੍ਹਾਂ ਦੇ ਦੋਸ਼ ਸੀਗੇ ਫਿਰ ਸਤਿਗੁਰੂ ਨੇ ਸੋਧਦੇ ਸੀਗੇ। ਸੋ ਇਹ ਸਾਰੇ ਹੁਣ ਮਸੰਦ ਇਕੱਠੇ ਹੋਏ ਨੇ। ਹਿਤ ਇਸ਼ਨਾਨ ਕੇ ਜਲ ਸੁਚ ਲਿਆਏ। ਔਰ ਸੁੱਚਾ ਜਲ ਲਿਆਂਦਾ ਬਾਬਾ ਜੀ ਨੂੰ ਇਸ਼ਨਾਨ ਕਰਾਉਣ ਲਈ। ਉਤੇ ਮੁਖ ਤਿਨ ਹੋ ਉਠਾਇਓ। ਜਿਹੜੇ ਮੁਖੀ ਸੀਗੇ ਨਾ ਉਹਨਾਂ ਨੇ ਬਾਬਾ ਜੀ ਦਾ ਸਰੀਰ ਚੁੱਕਿਆ। ਜੀਵਤ ਮਨ ਹੋ ਸਭਨ ਦਰਸਾਇਓ। ਕਹਿੰਦੇ ਚਿਹਰੇ ਤੋਂ ਏਦਾਂ ਲੱਗਦਾ ਸੀ ਵੀ ਬਾਬਾ ਜੀ ਜਿਉਂਦੇ ਆ।
ਉਹਨਾਂ ਦੇ ਚਿਹਰੇ ਤੋਂ ਇਹ ਨਹੀਂ ਸੀ ਲੱਗਦਾ ਵੀ ਉਹ ਚੜ੍ਹਾਈ ਕਰ ਗਏ ਆ। ਚਿਹਰੇ ਦੀ ਜਿਹੜੀ ਕ੍ਰਾਂਤੀ ਹੈ ਉਦਾਂ ਹੀ ਦਗ-ਦਗ ਕਰਦਾ ਸੀ ਚਿਹਰਾ। ਪੁੰਨ ਪੰਜਾਬ ਕੋਇਰ ਬਚ ਪਾਖਾ। ਫਿਰ ਪੰਜਾਬ ਕੌਰ ਨੇ ਆਖਿਆ, ਬੁਰਾ ਕੀਓ ਤੁਮ ਤਨ ਨਹਿ ਰਾਖਾ। ਕਹਿਣ ਲੱਗੇ ਤੁਸੀਂ ਬੁਰਾ ਕੀਤਾ, ਤੁਸੀਂ ਮੇਰਾ ਬਚਨ ਨਹੀਂ ਮੰਨਿਆ, ਬਾਬਾ ਜੀ ਦਾ ਸਰੀਰ ਰੱਖਿਆ ਨਹੀਂ, ਤੁਹਾਨੂੰ ਦਿਸਦਾ ਨਹੀਂ ਕਿ ਠੀਕ ਠਾਕ ਹਨ। ਸਿਰਫ ਇਹਨਾਂ ਨੇ ਸਵਾਸ ਆਪਣੇ ਚੜਾਏ ਹੋਏ ਨੇ, ਕਿਸੇ ਸੇਵਕ ਦੀ ਮਦਦ ਕਰਨ ਗਏ ਹੋਏ ਨੇ, ਇਹ ਚੜਾਈ ਨਹੀਂ ਕੀਤੀ ਇਹਨਾਂ ਨੇ, ਅਕਾਲ ਚਲਾਣਾ ਨਹੀਂ ਕੀਤਾ ਇਹਨਾਂ ਨੇ। ਦੁੱਤ ਜੀਵਤ ਸਮ ਦੇਖੀ ਪਰ। ਇਹਨਾਂ ਦੇ ਚਿਹਰੇ ਦੀ ਕ੍ਰਾਂਤੀ ਦੱਸ ਰਹੀ ਹੈ ਵੀ ਇਹ ਜਿਉਂਦੇ ਨੇ। ਇਮ ਨਹਿ ਰਹਿ ਜੇ ਪ੍ਰਾਨੀ ਮਰੈ। ਜੇ ਪ੍ਰਾਣੀ ਮਰ ਜਾਵੇ, ਉਹਦੇ ਵਿੱਚੋਂ ਸਵਾਸ ਨਿਕਲ ਜਾਣ, ਤਾਂ 16 ਪਹਿਰ ਬਾਅਦ ਉਹਦੀ ਕਾਇਆ ਇਦਾਂ ਦੀ ਨਹੀਂ ਹੁੰਦੀ ਜਿੱਦਾਂ ਦੀ ਬਾਬਾ ਜੀ ਦੀ ਸਰੀਰ ਪਿਆ ਹੋਇਆ ਹੈ। ਚਿਤ ਮਹਿ ਲਗੀ ਅਰਾਧਨ ਪਤ ਕੋ। ਇਸ ਕਹਿ ਕੇ ਮਾਤਾ ਪੰਜਾਬ ਕੌਰ ਆਪਣੇ ਪਤੀ ਬਾਬਾ ਰਾਮ ਰਾਏ ਜੀ ਨੂੰ ਚੇਤੇ ਕਰਨ ਲੱਗੀ। ਕਹਾ ਕੀਨ ਤੁਮ ਪਾਛਲ ਗਤ ਕੋ। ਹੇ ਬਾਬਾ ਜੀ, ਆਹ ਤੁਸੀਂ ਕੀ ਕਰਕੇ ਚਲੇ ਗਏ ਹੋ? ਆਹ ਕੀ ਭਾਣਾ ਵਰਤਾ ਗਏ ਹੋ? ਆਹ ਪਿੱਛੇ ਦਾ ਹਾਲ ਵੇਖੋ ਆਪਣੇ ਡੇਰੇ ਦਾ। ਤੇ ਤੁਸੀਂ ਤਾਂ ਕਹਿੰਦੇ ਸੀ ਮੈਂ ਆ ਜਾਵਾਂਗਾ, ਤੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਇਹਨਾਂ ਪਾਪੀਆਂ ਨੇ ਤੁਹਾਡਾ ਸਰੀਰ ਸਾੜਨ ਦੀ ਤਿਆਰੀ ਕਰ ਲਈ ਹੈ। ਅਬ ਵੀ ਪਹੁੰਚੋ ਦੇਹ ਸੰਭਾਰੋ। ਅਜੇ ਵੀ ਆ ਜਾਓ ਤੇ ਆਪਣੇ ਸਰੀਰ ਨੂੰ, ਦੇਹ ਨੂੰ ਸੰਭਾਲ ਲਓ ਤਾਂ ਕਿ ਸਰੀਰ ਸੜਨ ਤੋਂ ਬਚ ਜਾਵੇ। ਖੋਟ ਮਸੰਦਨ ਕੋ ਨਿਰਤਾਰੋ। ਇਹਨਾਂ ਖੋਟੇ ਮਸੰਦਾਂ ਦਾ ਖੋਟ ਵੇਖੋ। ਆ ਮੇਰਾ ਕਹਿਣਾ ਨਹੀਂ ਮੰਨਦੇ, ਤੁਹਾਡਾ ਕਹਿਣਾ ਨਹੀਂ ਮੰਨਦੇ, ਆਪ ਹੁਦਰੇ ਹੋ ਗਏ ਹਨ। ਮੇਰੋ ਕਹਿਓ ਨਾ ਮੂਰਖ ਮਨ ਹੈ। ਇਹ ਮੂਰਖ ਮੇਰਾ ਕਿਹਾ ਨਹੀਂ ਮੰਨਦੇ। ਨਹਿ ਪ੍ਰਤਾਪ ਕੁਛ ਰਾਵਰ ਜਨ ਹੈ। ਤੇ ਬਾਬਾ ਜੀ ਆਪ ਜੀ ਦੀ ਮਹਿਮਾ ਨੂੰ ਵੀ ਨਹੀਂ ਜਾਣਦੇ। ਲੋਚਨ ਮੂੰਦ ਧਿਆਨ ਜਬ ਠਾਨਾ। ਜਦੋਂ ਇਸ ਤਰ੍ਹਾਂ ਮਾਤਾ ਪੰਜਾਬ ਕੌਰ ਨੇ ਧਿਆਨ ਲਾ ਕੇ ਅਰਦਾਸ ਕੀਤੀ ਬਾਬਾ ਜੀ ਦੇ ਚਰਨਾਂ ਵਿੱਚ, ਲਗੇ ਕਰਾਵਨ ਤਨ ਇਸ਼ਨਾਨਾ। ਉਧਰੋਂ ਮਸੰਦ ਜਿਹੜੇ ਸੀਗੇ ਬਾਬਾ ਜੀ ਦੇ ਸਰੀਰ ਨੂੰ ਇਸ਼ਨਾਨ ਕਰਾਉਣ ਲੱਗ ਪਏ। ਜਲ ਘਟ ਕੋ ਜਲ ਉਪਰ ਡਾਰਾ। ਜਦੋਂ ਘੜਿਆਂ ਦੇ ਨਾਲ ਪਾਣੀ ਸਰੀਰ ਤੇ ਪਾਇਆ ਬਾਬਾ ਜੀ ਦੇ, ਅਰ ਸਾਧ ਵੀ ਕਰ ਧਿਆਨ ਹਕਾਰਾ। ਔਰ ਉਧਰੋਂ ਬਾਬਾ ਜੀ ਦੀ ਧਰਮ ਪਤਨੀ ਮਾਤਾ ਪੰਜਾਬ ਕੌਰ ਨੇ ਬੜੇ ਪਿਆਰ ਨਾਲ ਯਾਦ ਕੀਤਾ ਬਾਬਾ ਜੀ ਨੂੰ। ਜਹ ਥਿਰ ਹੋਤੇ ਸਰਬਗਤ ਜਾਨੀ। ਜਿੱਥੇ ਵੀ ਦੂਰ ਸਨ, ਕਿਸੇ ਦੇਸ਼ ਵਿੱਚ ਗਏ ਹੋਏ, ਉੱਥੇ ਹੀ ਪਤਾ ਲੱਗ ਗਿਆ, ਕਿਉਂਕਿ ਯੋਗ ਬਲ ਦੇ ਨਾਲ ਸਾਧ ਸੰਗਤ ਜੀ ਇਹ ਮਹਾਤਮਾ ਜਾਂਦੇ ਰਹੇ, ਦੂਜੇ ਸਰੀਰਾਂ 'ਚ ਕਾਇਆ ਪ੍ਰਵੇਸ਼ ਵੀ ਕਰਦੇ ਰਹੇ, ਬਿਨਾਂ ਕਾਇਆ ਪ੍ਰਵੇਸ਼ ਕੀਤਿਆਂ ਵੀ ਕਾਰਜ ਕਰਦੇ ਰਹੇ। ਐਸੀ ਭਾਰਤ ਦੇ ਵਿੱਚ ਹਜ਼ਾਰਾਂ ਸਾਲ ਤੋਂ ਇਹ ਵਿਦਿਆ ਚੱਲੀ ਆਉਂਦੀ ਹੈ। ਇਹ ਕੋਈ ਅਤ ਕਥਨੀ ਨਹੀਂ। ਅੱਜ ਦੇ ਬੱਚਿਆਂ ਨੂੰ ਕਿਉਂਕਿ ਇਹ ਵਿਦਿਆ ਦਾ ਨਾਲ ਵਾਸਤਾ ਨਹੀਂ ਪਿਆ, ਤੇ ਉਹ ਕਹਿੰਦੇ ਇਦਾਂ ਹੋ ਨਹੀਂ ਸਕਦਾ, ਪਰ ਹੁੰਦਾ ਸਭ ਕੁਝ ਹੈ। ਗੁਰੂ ਗੋਰਖਨਾਥ ਜੀ ਦੇ ਗੁਰੂ ਮਛੰਦਰਨਾਥ ਜੀ ਜਿਹੜੇ ਸਨ, ਉਹ ਸਿੰਗਲਾ ਦੀਪ ਰਾਜਾ ਚੜ੍ਹਾਈ ਕਰ ਗਿਆ, 6 ਮਹੀਨੇ ਉਹਦੀ ਕਾਇਆ 'ਚ ਰਹਿ ਕੇ ਉੱਥੋਂ ਦਾ ਰਾਗ ਰੰਗ ਵੇਖ ਕੇ ਆਏ ਸਨ। ਆਦਿ ਗੁਰੂ ਸ਼ੰਕਰਾਚਾਰਿਆ ਜੀ, ਉਹ ਜਦੋਂ ਸਾਧ ਸੰਗਤ ਜੀ, ਬਹੁਤ ਵੱਡਾ ਵਿਦਵਾਨ ਸੀ ਦੱਖਣ ਦੇ ਵਿੱਚ, ਪੰਡਤ, ਉਹਦੇ ਨਾਲ ਚਰਚਾ ਹੋਈ ਤੇ ਕਿਉਂਕਿ ਉਹ ਮੰਡਨ ਮਿਸਰ ਕਿਸੇ ਤੋਂ ਹਾਰਦਾ ਨਹੀਂ ਸੀ, ਸਾਰਿਆਂ ਨੂੰ ਦਿਗ ਵਿਜੇ ਕਰਦਾ ਸੀ। ਇਧਰੋਂ ਸ਼ੰਕਰਾਚਾਰਿਆ ਜੀ ਦਿਗ ਵਿਜਈ ਸਨ। ਉਹਨੇ ਕਹਿੰਦੇ ਜਦੋਂ ਸ਼ੰਕਰਾਚਾਰਿਆ ਤੋਂ ਹਾਰ ਗਿਆ ਨਾ ਉਹ, ਤੇ ਉਹਦੀ ਘਰ ਵਾਲੀ ਵਿੱਚ, ਉਹ ਵੀ ਬੜੀ ਵਿਦਵਾਨ ਸੀ, ਉਹ ਵੀ ਪੰਡਤ ਸੀਗੀ, ਉਹ ਕਹਿਣ ਲੱਗੀ ਅਜੇ ਅਸੀਂ ਹਾਰ ਨਹੀਂ ਮੰਨੀ, ਅੱਧਾ ਹਿੱਸਾ ਮੇਰਾ ਪਤੀ ਆ, ਅੱਧਾ ਮੈਂ ਆ, ਮੇਰੇ ਨਾਲ ਚਰਚਾ ਕਰੋ। ਸ਼ੰਕਰਾਚਾਰੀ ਕਹਿੰਦੇ ਵੀ ਚਲੋ ਠੀਕ ਹੈ ਕਰ ਲੈਂਦੇ ਆ। ਕਹਿੰਦੇ ਵੀ ਸਬਜੈਕਟ ਕੀ ਹੋਵੇਗਾ? ਇਹਦੇ 'ਚ ਪੂਰਵ ਪਕਸ਼ ਤੇ ਉੱਤਰ ਪਕਸ਼ ਹੁੰਦੇ ਨੇ। ਜਦੋਂ ਚਰਚਾ ਹੁੰਦੀ, ਪੂਰਵ ਪਕਸ਼ੀ ਕੁਐਸਚਨ ਕਰਦਾ, ਉੱਤਰ ਪਕਸ਼ ਆਨਸਰ ਦਿੰਦਾ। ਵੀ ਹੁਣ ਸਵਾਲ ਤਾਂ ਕਰਨੇ ਨੇ ਉਸ ਬੀਬੀ ਨੇ, ਤੇ ਜਵਾਬ ਦੇਣਾ ਸ਼ੰਕਰਾਚਾਰਿਆ ਜੀ ਨੇ। ਤੇ ਕਹਿੰਦੇ ਸਬਜੈਕਟ ਕੀ ਹੈ? ਕਹਿੰਦੇ ਕਾਮ ਸੂਤਰ। ਹੁਣ ਇਹ ਬ੍ਰਹਮਚਾਰੀ ਸੀਗੇ, ਬਚਪਨ ਤੋਂ ਇਸਤਰੀ ਦਾ ਨਾਮ ਵੀ ਨਹੀਂ ਸੁਣਿਆ, ਇਹਨਾਂ ਦਾ ਵਾਸ਼ਨਾ ਹੀ ਨਹੀਂ ਆਈ, ਬ੍ਰਹਮਚਾਰੀ ਸੀ। ਉਹ ਕਹਿੰਦੀ ਕਾਮ ਸੂਤਰ ਤੇ ਚਰਚਾ ਕਰਨੀ ਹੈ। ਤਾਂ ਕਾਮ ਸੂਤਰ ਦੇ ਹੁਣ ਚਰਚਾ ਕਿਵੇਂ ਕਰਨ ਪਤਾ ਹੀ ਨਹੀਂ। ਫਿਰ ਕਹਿਣ ਲੱਗੇ ਵੀ ਮਾਤਾ ਤੇਰਾ ਚੈਲੰਜ ਕਬੂਲ ਹੈ, ਪਰ 1 ਮਹੀਨਾ ਮੈਨੂੰ ਦੇ ਦੇ, ਮੈਂ ਉਸ ਤੋਂ ਬਾਅਦ ਤੇਰੇ ਨਾਲ ਚਰਚਾ ਕਰਾਂਗਾ। ਫਿਰ 1 ਮਹੀਨੇ ਲਈ ਆਪਣਾ ਸਰੀਰ ਕਿਤੇ ਛੱਡ ਕੇ ਆਪਣੀ ਆਤਮਾ ਨੂੰ, ਆਪਣੀ ਰੂਹ ਨੂੰ, ਜੀਵ ਆਤਮਾ ਨੂੰ ਦੂਜੇ ਕਿਸੇ ਰਾਜੇ ਦੇ, ਉਹ ਰਾਜਾ ਚੜ੍ਹਾਈ ਕਰ ਗਿਆ ਸੀ, ਉਹਦੇ 'ਚ ਪ੍ਰਵੇਸ਼ ਕਰਕੇ ਉਹਦੀਆਂ ਰਾਣੀਆਂ ਦਾ ਉਹ ਸਾਰਾ ਜੋ ਵਰਤਾਰਾ ਹੁੰਦਾ ਹਾਰ ਸ਼ਿੰਗਾਰ ਦਾ, ਉਹ ਸਾਰਾ ਭੇਦ ਪਾ ਕੇ, ਸਾਰਾ ਕਾਮ ਸੂਤਰ ਦਾ ਗਿਆਨ ਲੈ ਕੇ, ਫਿਰ ਆਪਣੀ ਕਾਇਆ 'ਚ ਵਾਪਸ ਆ ਕੇ ਉਸ ਪੰਡਤ ਨਾਲ, ਉਹਦੀ ਪੰਡਤਾਣੀ ਨਾਲ ਚਰਚਾ ਕੀਤੀ ਸੀ ਕਾਮ ਸੂਤਰ ਤੇ।
ਸੋ ਇਦਾਂ ਦੇ ਬਹੁਤ ਸਾਰੇ ਹੋਰ ਵੀ ਐਗਜ਼ਾਮਪਲ ਮਿਲਦੀਆਂ ਨੇ। ਬਾਬਾ ਰਾਮ ਰਾਏ ਜੀ ਕੋਈ ਅਨਹੋਣੀ ਗੱਲ ਨਹੀਂ, ਉਹ ਗਏ ਸਨ, ਪਰ ਮਸੰਦਾਂ ਨੂੰ ਇਹ ਗੱਲ ਦੀ ਸਮਝ ਨਹੀਂ ਆਈ ਤੇ ਮਾਤਾ ਨੇ ਜਦੋਂ ਯਾਦ ਕੀਤਾ ਤੇ ਉਸ ਵੇਲੇ ਫਿਰ ਦੂਰ ਦੇਸ਼ ਵਿੱਚ ਖਬਰ ਪਹੁੰਚ ਗਈ। ਕੀਨ ਆਗਵਨ ਤੂਰਨ ਠਾਨੀ, ਛੇਤੀ ਨਾਲ ਆ ਗਏ ਫਿਰ ਬਾਬਾ ਜੀ। ਗਗਨ ਪੰਥ ਮਹਿ ਤਤ ਛਿਨ ਆਏ, ਆਕਾਸ਼ ਮੰਡਲ ਥਾਣੀ ਆਏ, ਬੜੀ ਛੇਤੀ ਨਾਲ ਆਏ। ਦੇਖੇ ਮਿਲੇ ਲੋਕ ਸਮੁਦਾਏ, ਆ ਕੇ ਵੇਖਿਆ ਡੇਰਾ ਭਰਿਆ ਪਿਆ, ਹਜ਼ਾਰਾਂ ਲੋਕ ਡੇਰੇ 'ਚ ਇਕੱਠੇ ਰੋ ਪਿੱਟ ਰਹੇ ਹਨ। ਤਨ ਨਿਕਾਸ ਕਰਵਾਏ ਇਸ਼ਨਾਨਾ, ਤੇ ਬਾਬਾ ਜੀ ਨੇ ਵੇਖਿਆ ਵੀ ਸਾਡਾ ਸਰੀਰ ਬਾਹਰ ਵਿਹੜੇ 'ਚ ਰੱਖਿਆ ਹੋਇਆ ਹੈ ਤੇ ਇਸ਼ਨਾਨ ਕਰਾਉਣ ਲੱਗੇ ਹਨ। ਸੰਸਕਾਰਨ ਹਿਤ ਸਭ ਕੁਛ ਠਾਨਾ, ਤੇ ਸੰਸਕਾਰ ਦੀ ਸਾਰੀ ਤਿਆਰੀ ਕਰ ਰਹੇ ਨੇ। ਮਹਾ ਬਿਗਨ ਕੀਨਸ ਮਤ ਮੰਦਨ, ਬਾਬਾ ਜੀ ਸੋਚਦੇ ਆ ਵੀ ਇਹਨਾਂ ਮੂਰਖਾਂ ਨੇ ਬਹੁਤ ਵੱਡਾ ਵਿਘਨ ਪਾਤਾ, ਬਹੁਤ ਗਲਤ ਕੰਮ ਕੀਤਾ, ਇਹਨਾਂ ਨੇ ਸਾਡਾ ਬਚਨ ਨਹੀਂ ਮੰਨਿਆ। ਨਿਜ ਬਲ ਤੇ ਮਮ ਪ੍ਰਾਨ ਨਿਕੰਦਨ, ਅਸਲ 'ਚ ਮੈਨੂੰ ਮਾਰਨਾ ਚਾਹੁੰਦੇ ਆ, ਇਹ ਮੇਰੇ ਕਾਤਲ ਹਨ, ਇਹ ਮੇਰੇ ਸੇਵਕ ਨਹੀਂ ਹਨ, ਇਹ ਮੇਰੇ ਮਸੰਦ ਨਹੀਂ ਹਨ, ਬਲਕਿ ਇਹ ਤਾਂ ਮੇਰੇ ਵੈਰੀ ਹਨ। ਹਾਂਜੀ, ਅਬ ਜੀਵਨ ਕੀ ਬਾਤ ਨਾ ਆਛੇ, ਹੁਣ ਜੀਵਨ ਦੀ ਗੱਲ ਠੀਕ ਨਹੀਂ, ਕਿਉਂਕਿ ਸਰੀਰ ਨੂੰ ਇਹਨਾਂ ਨੇ ਹੱਥ ਲਾ ਦਿੱਤੇ ਨੇ, ਇਹ ਨਹਾਉਣ ਧੋਣ ਲੱਗ ਪਏ ਨੇ। ਹੁਣ ਇਸ ਸਰੀਰ ਦੇ ਵਿੱਚ ਸਾਡਾ ਪ੍ਰਵੇਸ਼ ਕਰਨਾ ਯੋਗ ਨਹੀਂ ਹੈ। ਦੇਖਿਓ ਤਨ ਸਭ ਹਿਨ ਮੁਝ ਪਾਛੇ, ਮੇਰਾ ਸਰੀਰ ਇਹਨਾਂ ਸਾਰਿਆਂ ਨੇ ਵੇਖ ਲਿਆ ਹੈ। ਇਸ ਗੱਲ ਦੀ ਬੜੀ ਚਰਚਾ ਕਰਨਗੇ, ਬਾਬਾ ਜੀ ਜਿੰਦਾ ਹੋ ਗਏ, ਦੁਬਾਰਾ ਜਿੰਦਾ ਹੋ ਗਏ, ਤੇ ਇਹ ਜਿਹੜੀ ਗੁਪਤ ਖੇਡ ਹੈ ਸਾਡੀ, ਇਹ ਪ੍ਰਗਟ ਹੋ ਜਾਏਗੀ। ਪੁਨ ਪੰਜਾਬ ਕੁਬਰ ਦਿਸ਼ ਹੇਰਾ, ਫਿਰ ਆਪਣੀ ਪਤਨੀ ਪੰਜਾਬ ਕੌਰ ਵੱਲ ਵੇਖਿਆ ਬਾਬਾ ਜੀ ਦੀ ਆਤਮਾ ਨੇ, ਫੇਰੀ ਧਿਆਨ ਔਰ ਸ਼ੋਕ ਬਡੇਰਾ, ਜਿਹੜੀ ਧਿਆਨ ਵਿਲਾ ਕੇ ਬੜੇ ਸ਼ੋਕ ਵਿੱਚ ਬੜੀ ਗਮਗੀਨ ਹੋ ਕੇ ਬੈਠੀ ਸੀ ਪੰਜਾਬ ਕੌਰ। ਮਹਾ ਕ੍ਰੋਧ ਤੇ ਸ਼ਬਦ ਸੁਨਾਇਓ, ਬੜੇ ਗੁੱਸੇ ਨਾਲ ਬਾਬਾ ਰਾਮ ਰਾਏ ਜੀ ਨੇ ਆਵਾਜ਼ ਦੇ ਕੇ ਕਿਹਾ ਮਿਲ ਮੂਢਨ ਵੱਡ ਬਿਗਨ ਉਠਾਇਓ, ਕਿ ਪੰਜਾਬ ਕੌਰ, ਇਹਨਾਂ ਮੂਰਖਾਂ ਨੇ ਇਕੱਠੇ ਹੋ ਕੇ ਬੜਾ ਵੱਡਾ ਵਿਘਨ ਪੈਦਾ ਕਰਤਾ, ਬਹੁਤ ਵੱਡਾ ਇਹਨਾਂ ਨੇ ਉਪਦਰਵ ਕਰ ਦਿੱਤਾ ਹੈ। ਪਰ ਹੋ ਘੋਰ ਆਪਦਾ ਮਾਹੀ, ਇਹ ਮੂਰਖਾਂ ਨੂੰ ਹੁਣ ਬੜੀ ਭਾਰੀ ਮੁਸੀਬਤ ਦਾ ਮੂੰਹ ਵੇਖਣਾ ਪੈਣਾ ਹੈ, ਬੜੀ ਘੋਰ ਮੁਸੀਬਤ ਇਹਨਾਂ ਤੇ ਆਵੇਗੀ। ਵਧੈ ਬਿਖਾਦ ਮਿਟਹਿ ਕਿਮ ਨਾਹੀ, ਇਹ ਬਖਾਦ ਹੁਣ ਮਿਟਣਾ ਨਹੀਂ, ਇਹ ਵਧੇਗਾ। ਮਹਾਪਾਤ ਕੀ ਤੁਮ ਅਬ ਹੋਏ, ਤੇ ਬਾਬਾ ਰਾਮ ਰਾਏ ਨੇ ਉਹਨਾਂ ਮਸੰਦਾਂ ਨੂੰ ਕਿਹਾ ਵੀ ਤੁਸੀਂ ਮਹਾਪਾਪੀ ਹੋ ਗਏ ਹੋ, ਗੁਰੂ ਦੁਖੀ ਹੋ ਗਏ ਹੋ, ਆਪਣੇ ਗੁਰੂ ਦੇ ਹੀ ਕਾਤਲ ਹੋ ਗਏ ਹੋ, ਗੁਰ ਕੇ ਪ੍ਰਾਨ ਘਾਤ ਕਰ ਜੋਏ, ਜੋ ਆਪਣੇ ਗੁਰੂ ਦੀ ਜਾਨ ਲੈਣ ਲੱਗੇ ਹੋ। ਮ੍ਰਿਤ ਮਸੰਦਨ ਕੀ ਨਿਆਰਾਈ, ਮਸੰਦੋ ਤੁਹਾਡਾ ਅੰਤ ਸਮਾਂ ਆ ਗਿਆ ਨੇੜੇ, ਤੁਹਾਡਾ ਹੁਣ ਸਮਾਂ ਪੂਰਾ ਹੋ ਗਿਆ, ਕਾਲ ਆ ਗਿਆ ਤੁਹਾਡਾ। ਜਿਸ ਤੇ ਕੀਨ ਕੁਕਰਮ ਬਨਾਈ, ਤੁਸੀਂ ਆਹ ਕੁਕਰਮ ਕੀਤਾ ਜਿਹੜਾ ਸਾਨੂੰ ਮਾਰਨ ਲੱਗੇ ਹੋ। ਬੋਲਤ ਸੁਨਿਓ ਸ਼ਬਦ ਤਿਹ ਮਾਨਵ, ਇਹ ਜਦੋਂ ਆਵਾਜ਼ ਆਕਾਸ਼ਬਾਣੀ ਹੋਈ ਨਾ, ਜਿਹੜੇ ਕੋਈ ਦਿਵ ਦ੍ਰਿਸ਼ਟੀ ਵਾਲੇ ਸਨ, ਕੋਈ ਚੰਗੀ ਸੋਚ ਵਾਲੇ ਸਨ, ਬਾਣੀ ਦੇ ਰਸੀਏ ਸਨ, ਉਹਨਾਂ ਨੂੰ ਸੁਣਾਈ ਦਿੱਤੇ। ਤਉ ਨ ਤਰਾਸ ਹਿਰਦੈ ਕੁਛ ਠਾਨਵ, ਭਾਵੇਂ ਆਵਾਜ਼ ਆਈ ਪਰ ਮਸੰਦ ਇੰਨੇ ਹੰਕਾਰੀ ਸੀ, ਮਾਇਆ ਧਾਰੀ, ਅਤ ਅੰਨਾ ਭੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਚੋਲਾ। ਉਹਨਾਂ ਨੂੰ ਇਹ ਆਵਾਜ਼ ਵੀ ਸੁਣਾਈ ਨਹੀਂ ਦਿੱਤੀ, ਅਜੇ ਵੀ ਨਹੀਂ ਸਮਝ ਸਕੇ। ਪੁਨ ਪੰਜਾਬ ਕੁਵਰ ਸੋ ਭਾਖਾ, ਫਿਰ ਮਾਈ ਪੰਜਾਬ ਕੌਰ ਨੂੰ ਕਿਹਾ, ਮਮ ਪਲਟੇ ਕੀ ਰਖ ਅਬ ਲਾਖਾ, ਹੇ ਪੰਜਾਬ ਕੌਰ, ਤੂੰ ਮੇਰੀ ਮੌਤ ਦਾ ਬਦਲਾ ਲੈਣਾ ਇਹਨਾਂ ਤੋਂ। ਇਹ ਖਿਆਲ ਨਾ ਛੱਡੀ, ਆਪਣੇ ਮਨ 'ਚ ਬਾਸ਼ਨਾ ਰੱਖੀ ਵੀ ਜਿਹੜੇ ਪਾਪੀ ਬੰਦੇ ਨੇ, ਦੁਸ਼ਟ ਬੰਦੇ ਨੇ, ਇਹਨਾਂ ਦੇ ਕੀਤੇ ਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਤੁਮ ਦੇਖਤ ਇਹ ਅਪਦਾ ਪਾਵੈ, ਤੂੰ ਦੇਖੀ, ਤੇਰੇ ਦੇਖਦਿਆਂ ਹੀ ਇਹ ਵੀ ਸੜਨਗੇ, ਜਿਉਂਦੇ ਹੀ ਸੜਨਗੇ, ਫਲ ਕੋ ਭੋਗੈ ਪ੍ਰਾਣ ਗਵਾਵੈ, ਔਰ ਇਹ ਫਲ ਭੋਗਣਗੇ, ਆਪਣੇ ਪ੍ਰਾਣ ਗਵਾ ਲੈਣਗੇ। ਅਬ ਤੋ ਬੀਤ ਗਈ ਸਭ ਬਾਤੀ, ਹੁਣ ਤਾਂ ਜੋ ਬੀਤਣਾ ਸੀ ਸੋ ਬੀਤ ਗਿਆ ਹੈ। ਗੁਰਮਤਿ ਚਿਤ ਧਰ ਠਨ ਹੋ ਸ਼ਾਂਤੀ, ਹੁਣ ਵਾਹਿਗੁਰੂ ਦਾ ਨਾਮ ਜਪ, ਸ਼ਾਂਤੀ ਰੱਖ, ਬਾਣੀ ਸੁਣ, ਕੀਰਤਨ ਸੁਣ, ਜੋ ਹੋਣਾ ਸੀ ਹੋ ਗਿਆ ਹੈ। ਉਦਮ ਕਰ ਪਲਟੇ ਕੋ ਪਹਿ, ਜੇ ਤੂੰ ਉਦਮ ਕਰੇਂਗੀ ਤੇ ਬਦਲਾ ਲੈ ਲਵੇਂਗੀ, ਨਾਹਿਤ ਇਹ ਤੁਝ ਬਹੁ ਦੁਖ ਦਹਿ, ਨਹੀਂ ਤਾਂ ਤੈਨੂੰ ਬੜਾ ਦੁੱਖ ਦੇਣਗੇ, ਬਹੁਤ ਕਸ਼ਟ ਦੇਣਗੇ। ਤੇਜ ਪ੍ਰਤਾਪ ਸਮੇਤ ਉਦਾਰਾ, ਕਿਉਂਕਿ ਇਸ ਵੇਲੇ ਤੇਜ ਪ੍ਰਤਾਪ ਦੇ ਨਾਲ ਤੋਹੇ ਸਮੀਪ ਬਸਹਿ ਗੁਰ ਪਾਰਾ। 10ਵੇਂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਮੇਰੇ ਚਾਚਾ ਜੀ ਹਨ, ਜੋ ਲਾਗੇ
ਪੌਂਟਾ ਸਾਹਿਬ ਚ ਬਿਰਾਜਮਾਨ ਹਨ। ਤਿਨ ਸੋ ਕਹਿ ਆਪਨ ਬਿਰਤੰਤਾ। ਹੇ ਪੰਜਾਬ ਕੌਰ, ਆਪਣਾ ਦੁੱਖ ਉਹਨਾਂ ਨੂੰ ਦੱਸੀ, ਉਹਨਾਂ ਨੂੰ ਬੇਨਤੀ ਕਰੀ ਕਲਗੀਧਰ ਮਹਾਰਾਜ 10ਵੇਂ ਪਾਤਸ਼ਾਹ ਜੀ ਨੂੰ ਸਭ ਮਸੰਦ ਕੋ ਕੀਜਹਿ ਅੰਤਾ। ਕਿ ਮਹਾਰਾਜ ਇਹਨਾਂ ਮਸੰਦਾਂ ਦਾ ਭੋਗ ਪਾਓ, ਇਹਨਾਂ ਦੀ ਸਮਾਪਤੀ ਕਰੋ, ਇਹ ਬਹੁਤ ਆਪ ਹੁਦਰੇ ਹੋ ਗਏ ਨੇ। ਇਮ ਪੰਜਾਬ ਕੋਇਰ ਸਮਝਾਈ। ਇਸ ਤਰ੍ਹਾਂ ਮਾਤਾ ਪੰਜਾਬ ਕੌਰ ਨੂੰ ਬਾਬਾ ਰਾਮ ਰਾਏ ਜੀ ਆਕਾਸ਼ ਬਾਣੀ ਰਾਹੀਂ ਸਮਝਾ ਗਏ। ਬਹੁਰ ਨ ਗਿਰਾ ਗਗਨ ਤੇ ਆਈ। ਫਿਰ ਮੁੜ ਕੇ ਆਕਾਸ਼ ਤੋਂ ਕੋਈ ਆਵਾਜ਼ ਨਹੀਂ ਆਈ। ਸੁਰਪੁਰ ਪਹੁੰਚੇ ਕੀਨ ਸਬਾਸਾ। ਬਾਬਾ ਜੀ ਸੱਚਖੰਡ ਪਿਆਨਾ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਜਾ ਬਿਰਾਜੇ। ਇਸ ਪ੍ਰਕਾਰ ਭਾ ਅਜਬ ਤਮਾਸ਼ਾ। ਇਸ ਤਰ੍ਹਾਂ ਸਾਧ ਸੰਗਤ ਜੀ ਅਜਬ ਤਮਾਸ਼ਾ ਹੋਇਆ। ਬਾਬਾ ਜੀ ਦਾ ਸੰਸਕਾਰ ਮਸੰਦਾਂ ਨੇ ਕਰ ਦਿੱਤਾ। ਹੁਣ ਮਾਈ ਪੰਜਾਬ ਕੌਰ ਕੋਈ ਚਾਰਾ ਨਹੀਂ ਚੱਲਦਾ ਵੇਖਿਆ। ਤਾਰੂ ਭਾਟੜੇ ਨੂੰ ਤੇ ਇੱਕ ਅੱਧਾ ਹੋਰ ਖਾਸ ਜਿਹੜਾ ਸੀ ਸੇਵਕ, ਉਹਨੂੰ ਭਜਾਇਆ ਵੀ ਤੂੰ ਜਾ ਕੇ ਪੌਂਟਾ ਸਾਹਿਬ ਖਬਰ ਕਰ ਮਹਾਰਾਜ ਨੂੰ। ਉਹਨਾਂ ਨੇ ਆ ਕੇ ਸਤਿਗੁਰੂ ਜੀ ਨੂੰ ਮਦਦ ਵਾਸਤੇ ਬੇਨਤੀ ਕੀਤੀ ਤੇ ਕਲਗੀਧਰ ਪਾਤਸ਼ਾਹ ਨੇ ਕੀ ਚੋਜ ਕੀਤਾ, ਕਿਵੇਂ ਦੇਹਰਾਦੂਨ ਗਏ ਪੌਂਟਾ ਸਾਹਿਬ ਤੋਂ ਚਾਲਾ ਪਾ ਕੇ, ਉਹ ਅਗਲੇ ਪ੍ਰਕਰਨ ਵਿੱਚ ਕਥਾ ਆਪ ਜੀ ਸਰਵਣ ਕਰੋਗੇ। ਹੇ ਗੋਬਿੰਦ, ਹੇ ਗੋਪਾਲ, ਪ੍ਰਾਣ ਨਾਥ ਅਨਾਥ ਸਖੇ, ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ, ਮੋਹਿ ਮਇਆ ਆਂਧ ਕੂਪ ਮਹਾ ਪਿਆਨ।